ਸਕੂਲ ਤਾਂ ਬਹੁਤ ਦੇਖੇ ਨੇ, ਸਕੂਲਾਂ ਦੇ ਵਿੱਚ ਵੱਡੇ ਵੱਡੇ ਪਾਰਕ ਹੁੰਦੇ ਨੇ, ਸਾਫ਼ ਸੁਥਰੀ ਜਗ੍ਹਾ ਹੁੰਦੀ ਆ, ਪਰ ਇਹ ਸਕੂਲ ਜਿਹੜੇ ਨੇ ਝੁੱਗੀ ਝੋਪੜੀਆਂ ਦੇ ਵਿੱਚ ਬਣੇ ਹੋਏ ਨੇ। ਨਾ ਹੀ ਇਹਨਾਂ ਦੇ ਬਾਹਰ ਪਾਰਕ ਆ ਬਲਕਿ ਗੰਦਗੀ ਆ। ਸੋ ਕਿਸ ਤਰ੍ਹਾਂ ਦੀ ਇਹਨਾਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ? ਪ੍ਰੋਜੈਕਟ ਕਦੋਂ ਸ਼ੁਰੂ ਕੀਤਾ ਤੁਸੀਂ? देखो ये प्रोजेक्ट मैं 2013 तो शुरू किया सी। उस तो बाद 2 बच्चों तो पढ़ाना शुरू किया, हौली हौली बच्चों की गिनती वधी, फिर मैं कई जगह ते प्रोजेक्ट लगाए। अज 5 प्रोजेक्ट मेरे लुधियाने चलते हैं, तकरीबन 250 बच्चा मेरे को पढ़ रहा। पढ़े लिखे एक नागरिक नूं एक नरक वर्गा इंसान बना दे, और लोगों के दुख दर्द ना देखे, रिश्वत मंगे, अन्ना हो जाए। कई ऐसे बंदे ने जिन्होंने कोले बीमारी के इलाज के पैसे नहीं, उन्होंने तो भी रिश्वत मंगी जाती है। तो ये समाज जिहड़ा सी मैनूं लग्गिया भी गलत समाज है, तो पढ़ाई जिहड़ी है वो ठीक नहीं मिल रही है। फिर मैं देखा कि अंग्रेजों के टाइम की बनी हुई पढ़ाई पढ़ा रहा C4 कैट, D4 डॉग, R4 रैट, कुत्ता बिल्ली चूहा। कुत्ता बिल्ली चूहा ने सानू देश में कुत्ता बिल्ली चूहा ही बनाता। ਲੁਧਿਆਣਾ ਦੇ ਇੱਕ ਅਜਿਹੇ ਸਕੂਲ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਜਿੱਥੇ A for ਐਪਲ, B for ਬੈਟ, C for ਕੈਟ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ, ਬਲਕਿ ਇਸ ਸਕੂਲ ਦੇ ਵਿੱਚ ਸੰਵਿਧਾਨ ਬਾਰੇ ਸਿਖਾਇਆ ਜਾਂਦਾ ਵਾ। ਤੁਸੀਂ ਵਕੀਲ ਕਿਸ ਤਰ੍ਹਾਂ ਬਣ ਸਕਦੇ ਹੋ, ਤੁਸੀਂ ਆਪਣੇ ਕੇਸ ਜਿਹੜੇ ਖੁਦ ਕਿਸ ਤਰ੍ਹਾਂ ਲੜ ਸਕਦੇ ਹੋ। ਸੋ ਇਸ ਬਾਰੇ ਜਿਹੜੀ ਆ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਨੌਲੇਜ ਦਿੱਤੀ ਜਾਂਦੀ ਆ। ਔਰ ਇਸ ਸਕੂਲ ਦੇ ਵਿੱਚ ਜੋ ਬੱਚੇ ਪੜ੍ਹ ਰਹੇ ਨੇ ਉਹ ਫਰਾਟੇਦਾਰ ਇੰਗਲਿਸ਼ ਵੀ ਬੋਲਦੇ ਨੇ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਵਿੱਚ ਅਸੀਂ ਮੌਜੂਦ ਹੈਗੇ ਆ। ਸੋ ਪਹਿਲੀ ਤਸਵੀਰ ਤੁਸੀਂ ਦੇਖ ਸਕਦੇ ਹੋ, ਇਹ ਇਲਾਕਾ ਤੁਸੀਂ ਦੇਖ ਸਕਦੇ ਹੋ ਗੰਦਗੀ ਦੇ ਨਾਲ ਭਰਿਆ ਹੋਇਆ ਵਾ। ਔਰ ਇਹ ਸਕੂਲ ਜਿਹੜਾ ਵਾ ਝੁੱਗੀ ਝੋਪੜੀਆਂ ਦੇ ਵਿੱਚ ਬਣਿਆ ਹੋਇਆ ਵਾ। ਸੋ ਇੱਥੇ ਜਿਹੜੇ ਬੱਚੇ ਨੇ ਜਿਹੜੇ ਝੁੱਗੀ ਝੋਪੜੀਆਂ 'ਚ ਰਹਿੰਦੇ ਨੇ ਜਾਂ ਸੜਕਾਂ ਤੇ ਘੁੰਮਦੇ ਨੇ, ਘਰਾਂ ਘਰਾਂ 'ਚ ਜਾ ਕੇ ਕੂੜਾ ਇਕੱਠਾ ਕਰਦੇ ਨੇ, ਉਹਨਾਂ ਬੱਚਿਆਂ ਨੂੰ ਇੱਥੇ ਪੜ੍ਹਾਇਆ ਜਾਂਦਾ ਵਾ। ਔਰ ਇਹ ਬੱਚੇ ਜਿਹੜੇ ਨੇ ਅੰਗਰੇਜ਼ੀ ਜਿਹੜੀ ਨੇ ਫਟਾਫਟ ਬੋਲਦੇ ਨੇ। ਤਸਵੀਰਾਂ ਤੁਹਾਨੂੰ ਅੰਦਰ ਦਿਖਾਵਾਂਗੇ ਸਕੂਲ ਦੀਆਂ। ਸੋ ਇਹ ਤੁਸੀਂ ਦੇਖ ਸਕਦੇ ਇੱਕ ਕਵਾੜ ਦਾ ਗਡਾਊਨ ਹੈਗਾ ਵਾ। ਲੁਧਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸੇ ਤਰ੍ਹਾਂ ਇਹ ਸਕੂਲ ਚੱਲ ਰਹੇ ਨੇ। ਸੋ ਜਿਹੜੇ ਝੁੱਗੀ ਝੌਂਪੜੀਆਂ ਦੇ ਬੱਚੇ ਨੇ ਜਿਨ੍ਹਾਂ ਨੂੰ ਐਜੂਕੇਸ਼ਨ ਨਹੀਂ ਮਿਲ ਪਾਉਂਦੀ, ਉਹ ਅੱਗੇ ਨਹੀਂ ਵੱਧ ਪਾਉਂਦੇ, ਤਾਂ ਉਹਨਾਂ ਨੂੰ ਇਹ ਸਿੱਖਿਆ ਜਿਹੜੀ ਆ ਲੁਧਿਆਣਾ ਦੇ ਰਹਿਣ ਵਾਲੇ ਐਡਵੋਕੇਟ ਹਰੀਓਮ ਜਿੰਦਲ ਦੇ ਰਹੇ ਨੇ। ਸੋ ਪਹਿਲੀ ਤਸਵੀਰ ਤੁਹਾਨੂੰ ਅਸੀਂ ਇਹ ਦਿਖਾ ਰਹੇ ਹਾਂ ਕਿ ਸਕੂਲ ਦੇ ਅੰਦਰ ਦੀ। ਸੋ ਜਿੱਥੇ ਤੁਸੀਂ ਦੇਖੋਗੇ ਅਕਸਰ ਸਕੂਲਾਂ ਦੇ ਵਿੱਚ ਵੱਡੇ ਵੱਡੇ ਪਾਰਕ ਹੁੰਦੇ ਨੇ, ਸਾਫ਼ ਸੁਥਰੀ ਜਗ੍ਹਾ ਹੁੰਦੀ ਹੈ, ਪਰ ਇਹ ਸਕੂਲ ਜਿਹੜਾ ਵਾ ਝੁੱਗੀ ਝੋਪੜੀਆਂ ਦੇ ਵਿੱਚ ਬਣਿਆ ਹੋਇਆ ਵਾ। ਇੱਥੇ ਪਾਰਕਾਂ ਨਹੀਂ ਆ, ਕਵਾੜ ਆ, ਪਰ ਇਹ ਬੱਚੇ ਜਿਹੜੇ ਨੇ ਫਰਾਟੇਦਾਰ ਇੰਗਲਿਸ਼ ਵੀ ਬੋਲਦੇ ਨੇ। ਔਰ ਇਹਨਾਂ ਨੂੰ ਜਿਹੜੀ ਐਜੂਕੇਸ਼ਨ ਆ ਉਹ ਸੰਵਿਧਾਨ ਦੇ ਪ੍ਰਤੀ ਜਿਹੜੀ ਆ ਉਹ ਦਿੱਤੀ ਜਾਂਦੀ ਆ। ਸੋ ਤੁਸੀਂ ਅੱਗੇ ਵੱਧ ਕੇ ਤੁਸੀਂ ਖੁਦ ਜਿਹੜੀਆਂ ਆਪਣੀ ਲੜਾਈ ਲੜ ਸਕਦੇ ਹੋ, ਤੁਸੀਂ ਆਪਣੇ ਕੇਸ ਜਿਹੜੇ ਨੇ ਕਿਸ ਤਰ੍ਹਾਂ ਜਿੱਤ ਸਕਦੇ ਹੋ। ਸੋ ਸਾਹਮਣੇ ਪਹਿਲਾਂ ਇੱਕ ਵਾਰੀ ਤਸਵੀਰ ਦਿਖਾਵਾਂਗੇ ABCD, ਜੋ ਇੱਕ ਜਿਹੜਾ ਵਾ ਬੋਰਡ ਲੱਗਾ ਹੈ ਜਿਸ ਉੱਤੇ ABC ਬਾਰੇ ਲਿਖਿਆ ਹੋਇਆ ਵਾ। ਸੋ ਜਿਵੇਂ ਦੱਸਿਆ ਸੀ ਕਿ ਇੱਥੇ A for ਐਪਲ, B for ਬੈਟ, C for ਕੈਟ ਦੀ ਸਿੱਖਿਆ ਨਹੀਂ, ਬਲਕਿ ਸੰਵਿਧਾਨ ਬਾਰੇ, ਬੈਲਟ ਬਾਕਸ ਬਾਰੇ, ਫਰੀडम ਬਾਰੇ, ਗਵਰਨਮੈਂਟ ਬਾਰੇ, ਲਾਅ ਬਾਰੇ, ਮਨੀ ਬਾਰੇ, ਨੋਟਿਸ ਬਾਰੇ, ਸੋ ਇਹ ਸਾਰਾ ਕੁਝ ਜਿਹੜਾ ਵਾ ਇਸ ਸਕੂਲ ਦੇ ਵਿੱਚ ਦੱਸਿਆ ਜਾਂਦਾ ਵਾ। ਸੋ ਹਰੀਓਮ ਜਿੰਦਲ ਜਿਹੜੇ ਖੁਦ ਇੱਥੇ ਮੌਜੂਦ ਨੇ, ਉਹਨਾਂ ਵੱਲੋਂ ਹੀ ਇਹ ਜਿਹੜੀ ਆ ਪੂਰੀ ਬੁੱਕ ਬਣਾਈ ਗਈ ਹੈ, ਪੂਰੀ ABC ਬਣਾਈ ਗਈ ਹੈ, ਕਿਸ ਤਰ੍ਹਾਂ ਬੱਚਿਆਂ ਨੂੰ ਜਿਹੜੀ ਆ ਐਜੂਕੇਸ਼ਨ ਦਿੱਤੀ ਜਾਵੇ। ਸੋ ਇਹ ਬੱਚੇ ਜਿਹੜੇ ਨੇ ਇਹ ਝੁੱਗੀ ਝੋਪੜੀਆਂ ਦੇ ਵਿੱਚ ਰਹਿੰਦੇ ਨੇ, ਘਰਾਂ ਦੇ ਬਾਹਰ ਜਿਹੜੇ ਕੂੜਾ ਪਿਆ ਹੁੰਦਾ ਵਾ ਉਹਨਾਂ ਨੂੰ ਚੱਕਦੇ ਨੇ, ਪਰ ਇਹਨਾਂ ਨੂੰ ਨਾਲ ਦੀ ਨਾਲ ਹਰੀਓਮ ਜਿੰਦਲ ਜਿਹੜੇ ਨੇ ਐਜੂਕੇਸ਼ਨ ਦੇ ਰਹੇ ਨੇ। ਸੋ ਗੱਲਬਾਤ ਕਰਾਂਗੇ ਹਰੀਓਮ ਜਿੰਦਲ ਉਹਨਾਂ ਨਾਲ। ਜਿੰਦਲ ਸਾਹਿਬ, ਸਕੂਲ ਤਾਂ ਬਹੁਤ ਦੇਖੇ ਨੇ, ਸਕੂਲਾਂ ਦੇ ਵਿੱਚ ਵੱਡੇ ਵੱਡੇ ਪਾਰਕ ਹੁੰਦੇ ਨੇ, ਸਾਫ਼ ਸੁਥਰੀ ਜਗ੍ਹਾ ਹੁੰਦੀ ਆ, ਪਰ ਇਹ ਸਕੂਲ ਜਿਹੜੇ ਨੇ ਝੁੱਗੀ ਝੋਪੜੀਆਂ ਦੇ ਵਿੱਚ ਬਣੇ ਹੋਏ ਨੇ। ਨਾ ਹੀ ਇਹਨਾਂ ਦੇ ਬਾਹਰ ਪਾਰਕ ਆ ਬਲਕਿ ਗੰਦਗੀ ਆ। ਸੋ ਕਿਸ ਤਰ੍ਹਾਂ ਦੀ ਇਹਨਾਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ? ਪ੍ਰੋਜੈਕਟ ਕਦੋਂ ਸ਼ੁਰੂ ਕੀਤਾ ਤੁਸੀਂ? देखो ये प्रोजेक्ट मैं 2013 तो शुरू किया सी। उस तो बाद 2 बच्चों तो पढ़ाना शुरू किया, हौली हौली बच्चों की गिनती वधी, फिर मैं कई जगह ते प्रोजेक्ट लगाए। अज 5 प्रोजेक्ट मेरे लुधियाने चलते हैं, तकरीबन 250 बच्चा मेरे को पढ़ रहा। जो मैं शुरू किया था उस तो लैके हुण तक मैं 1000 बच्चा पढ़ा चुका। इन्होंने बच्चों को असीं जिहड़ी पढ़ाई देन लगे शुरू की, तो फिर मैनूं लग्गिया भी पढ़ाई जिहड़ी है वो देनी चाहिए, जिहड़ी इन्होंने अज के सिस्टम के नाल जोड़े। अज का साडा जिहड़ा सिस्टम है वो कानून आधारित समाज है, लॉ बेस्ड सोसाइटी है, कॉन्स्टिट्यूशन डेमोक्रेटिक सिस्टम है, साडा सोशलिस्ट समाज है। तो ਉਹਦੇ रिलेटिड ਜਿਹੜੀ पढ़ाई है वो मैं डिवेलप की नवीं, ਜਿਹੜੀ ਮੈਨੂੰ ਲੱਗਿਆ कि अच्छे अच्छे स्कूलों के अच्छे अच्छे कॉलेजों के नहीं है। क्योंकि असी देख रहे हैं कि 75 साल हो गए देश को आज़ाद होए, 75 सालों गरीब ही रह गया, अमीर बहुत अमीर हो गया। तो ਜਿਹੜੇ पढ़े लिखे बंदे है सरकारी पदों पर बैठ के रिश्वत लै रहे हैं, लोगों को तंग परेशान कर रहे हैं। अगे असीं अंग्रेज़ों को बदनाम करते थे भी अंग्रेज़ लुटमार करते थे,
ਤੇ ਅੱਜ ਸਾਡੇ ਆਪਣੇ ਹਿੰਦੁਸਤਾਨੀ ਲੋਕ ਹੀ ਲੁੱਟਮਾਰ ਕਰੀ ਜਾ ਰਹੇ ਨੇ। ਉਹ ਸਾਡੇ ਹੀ ਲੋਕਾਂ ਤੋਂ ਰਿਸ਼ਵਤ ਮੰਗੀ ਜਾ ਰਹੇ ਨੇ, ਉਹਨਾਂ ਦੇ ਕੰਮ ਨਹੀਂ ਕਰਦੇ, ਤੰਗ ਪਰੇਸ਼ਾਨ ਕਰਦੇ ਆ। ਤੇ ਮੈਨੂੰ ਲੱਗਿਆ ਵੀ ਉਹ ਪੜ੍ਹਾਈ ਕੀ ਫਾਇਦਾ, ਜਿਹੜਾ ਪੜ੍ਹੇ ਲਿਖੇ ਨੂੰ, ਇੱਕ ਨਾਗਰਿਕ ਨੂੰ ਇੱਕ ਨਰਕ ਵਰਗਾ ਇਨਸਾਨ ਬਣਾ ਦੇ, ਉਹ ਲੋਕਾਂ ਦੇ ਦੁੱਖ ਦਰਦ ਨਾ ਦੇਖੇ, ਰਿਸ਼ਵਤ ਮੰਗੇ, ਅੰਨਾ ਹੋ ਜਾਏ। ਕਈ ਐਸੇ ਬੰਦੇ ਨੇ ਜਿਨ੍ਹਾਂ ਕੋਲੇ ਬਿਮਾਰੀ ਦੇ ਇਲਾਜ ਦੇ ਪੈਸੇ ਨਹੀਂ, ਉਹਨਾਂ ਤੋਂ ਵੀ ਰਿਸ਼ਵਤ ਮੰਗੀ ਜਾਂਦੀ ਹੈ। ਤੇ ਇਹ ਸਮਾਜ ਜਿਹੜਾ ਸੀ, ਮੈਨੂੰ ਲੱਗਿਆ ਵੀ ਗਲਤ ਸਮਾਜ ਹੈ ਤੇ ਪੜ੍ਹਾਈ ਜਿਹੜੀ ਹੈ ਉਹ ਠੀਕ ਨਹੀਂ ਮਿਲ ਰਹੀ ਹੈ। ਫਿਰ ਮੈਂ ਦੇਖਿਆ ਕਿ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਪੜ੍ਹਾਈ ਪੜ੍ਹਾ ਰਿਹਾ, C4 ਕੈਟ, D4 ਡੋਗ, R4 ਰੈਟ, ਕੁੱਤਾ ਬਿੱਲੀ ਚੂਹਾ। ਕੁੱਤਾ ਬਿੱਲੀ ਚੂਹਾ ਨੇ ਸਾਨੂੰ ਦੇਸ਼ ਵਿੱਚ ਕੁੱਤਾ ਬਿੱਲੀ ਚੂਹਾ ਹੀ ਬਣਾਤਾ। ਅਸੀਂ ਜਦੋਂ ਕਿ ਇਕੁਐਲਿਟੀ ਦਾ ਕਨਸੈਪਟ ਆਇਆ, ਸਾਨੂੰ ਬਰਾਬਰ ਦਾ ਨਾਗਰਿਕ ਸੰਵਿਧਾਨ ਨੇ ਬਣਾਇਆ, ਉਹਦੇ ਬਾਵਜੂਦ ਭੇਦਭਾਵ ਸ਼ੁਰੂ ਹੋ ਗਿਆ, ਊਚ ਨੀਚ ਦਾ ਫਿਰ ਫਾਸਲਾ ਸ਼ੁਰੂ ਹੋ ਗਿਆ, ਜਾਤੀਵਾਦ ਸ਼ੁਰੂ ਹੋ ਗਿਆ, ਲੋਕਾਂ ਨੂੰ ਧਰਮ ਜਾਤੀ ਦੇ ਨਾਮ ਤੇ ਵੰਡਿਆ ਜਾ ਰਿਹਾ, ਲੇਕਿਨ ਸੰਵਿਧਾਨ ਦੇ ਨਾਮ ਤੇ ਜੋੜਿਆ ਨਹੀਂ ਜਾ ਰਿਹਾ, ਇਨਸਾਨ ਨੂੰ ਇਨਸਾਨ ਨਾਲ ਨਹੀਂ ਜੋੜਿਆ ਜਾ ਰਿਹਾ। ਫਿਰ ਮੈਂ ਸਾਰੀ ਸਿੱਖਿਆ ਨਵੀਂ ਬਣਾਈ, ਜਿਹਦੇ ਵਿੱਚ ਅਸੀਂ A for ਐਡਮਿਨਿਸਟ੍ਰੇਸ਼ਨ, B for ਬੈਲਟ ਬਾਕਸ, C for ਕਨਸਟੀਟਿਊਸ਼ਨ, D for ਡੈਮੋਕ੍ਰੇਸੀ, E for ਇਲੈਕਸ਼ਨ, ਇਹ ਜਿਹੜੇ 26 ਅਲਫਾਬੈਟ ਨੇ, ਇਹ 26 ਚੈਪਟਰ ਨੇ ਜਿਹੜੇ ਸਾਡੇ ਸਮਾਜ ਦੇ ਉਹ ਵਿਸ਼ੇ ਨੂੰ ਪੜ੍ਹਾਉਂਦੇ ਨੇ, ਜਿਹੜੇ ਯੂਨੀਵਰਸਿਟੀ ਲੈਵਲ ਤੇ ਪੜ੍ਹਾਏ ਜਾਂਦੇ ਨੇ, ਜਿਵੇਂ ਸੋਸ਼ੀਓਲੋਜੀ, ਇਕਨੋਮਿਕਸ, ਪੋਲੀਟੀਕਲ ਸਾਇੰਸ, ਪਬਲਿਕ ਐਡਮਿਨਿਸਟ੍ਰੇਸ਼ਨ, ਲਾਅ, ਟੈਕਸੇਸ਼ਨ। ਇਹ ਪੜ੍ਹਾਈ ਅਸੀਂ ਅਲਫਾਬੈਟਸ ਨਾਲ ਜੋੜਤੀ, ਕਿਉਂਕਿ ਬਹੁਤ ਸਾਰੇ ਗਰੀਬ ਬੱਚੇ ਆਰਥਿਕ ਤੰਗੀ ਕਾਰਨ ਅੱਗੇ ਵੱਧ ਨਹੀਂ ਪਾਉਂਦੇ, ਪਹਿਲਾਂ ਤਾਂ ਸਕੂਲ ਹੀ ਨਹੀਂ ਜਾਂਦੇ, ਜੇ ਜਾਂਦੇ ਆ ਤੇ 5ਵੀਂ 6ਵੀਂ ਜਮਾਤ ਤੋਂ ਅੱਗੇ ਵੱਧ ਨਹੀਂ ਪਾਉਂਦੇ। ਇਹਨਾਂ ਨੂੰ ਯੂਨੀਵਰਸਿਟੀ ਜਾਣ ਦਾ ਕਦੇ ਮੌਕਾ ਨਹੀਂ ਮਿਲਣਾ, ਇਹਨਾਂ ਨੂੰ ਲੋਕਤੰਤਰ ਬਾਰੇ ਪਤਾ ਨਹੀਂ ਚੱਲਣਾ, ਸੰਵਿਧਾਨ ਬਾਰੇ ਪਤਾ ਨਹੀਂ ਚੱਲਣਾ, ਵੋਟ ਦੀ ਅਹਿਮੀਅਤ ਕੀ ਨਹੀਂ ਪਤਾ ਚੱਲਣੀ। ਤੇ ਸਾਨੂੰ ਲੱਗਿਆ ਇਹ ਪੜ੍ਹਾਈ ਪਹਿਲਾਂ ਹੀ ਦੇ ਦਿਓ। ਇਸ ਕਰਕੇ ਇਹ ਜਿਹੜੀ ਅਲਫਾਬੈਟ ਦੀ ਸੀਰੀਜ਼ ਹੈ, ਜਿਹੜੀ ਮੇਰੇ ਇਸ ਬੁੱਕ ਇੰਪਾਵਰਮੈਂਟ ਥਰੂ ਨੌਲੇਜ ਦੇ ਵਿੱਚ ਹੈ, ਇਹਦੇ 26 ਚੈਪਟਰ ਹੈ। ਇਸ ਚੈਪਟਰ ਦੇ ਮਾਧਿਅਮ ਤੇ ਇਹ ਜਿਹੜੇ ਉੱਚੇ ਲੈਵਲ ਦੇ ਸਬਜੈਕਟ ਨੇ, ਉਹ ਅਸੀਂ ਬੱਚਿਆਂ ਨੂੰ ਮੁੱਢਲੇ ਸਤਰ ਤੋਂ ਹੀ ਦੇਣਾ ਸ਼ੁਰੂ ਕਰਦੇ ਹਾਂ, ਤਾਂ ਕਿ ਇਹ ਬੱਚੇ ਜਾਗਰੂਕ ਤੇ ਜ਼ਿੰਮੇਦਾਰ ਇਨਸਾਨ ਬਣਨ। ਇਹਨਾਂ ਨੂੰ ਆਪਣੇ ਹੱਕਾਂ ਦੇ ਬਾਰੇ ਵੀ ਪਤਾ ਹੋਵੇ, ਦੇਸ਼ ਕਿੱਦਾਂ ਚੱਲਦਾ ਉਹ ਪਤਾ ਚੱਲਦਾ ਹੋਵੇ, ਲੋਕਤੰਤਰ ਦੇ ਵਿੱਚ ਜਿਹੜੇ ਅਸੀਂ ਨੁਮਾਇੰਦੇ ਚੁਣਦੇ ਹਾਂ ਉਹਨਾਂ ਦੀ ਕੀ ਜ਼ਿੰਮੇਵਾਰੀਆਂ, ਉਹਨਾਂ ਨੂੰ ਕਾਨੂੰਨ ਕਿੱਦਾਂ ਬਣਾਉਣਾ ਹੈ, ਉਹ ਕਾਨੂੰਨ ਕਿਸ ਤਰੀਕੇ ਦੇ ਬਣਾਉਣੇ ਆ ਜਿਹਦੇ ਨਾਲ ਅਸਮਾਨਤਾ ਖਤਮ ਹੋਵੇ, ਭ੍ਰਸ਼ਟਾਚਾਰ ਖਤਮ ਹੋਵੇ, ਗਰੀਬੀ ਖਤਮ ਹੋਵੇ, ਸਰਕਾਰ 'ਚ ਪਾਰਦਰਸ਼ਤਾ ਆਵੇ, ਲੋਕਤੰਤਰ ਦੀ ਅਹਿਮੀਅਤ ਕੀ ਹੁੰਦੀ ਹੈ। ਇਹ ਸਾਰੀ ਚੀਜ਼ਾਂ ਇਹਨਾਂ ਬੱਚਿਆਂ ਨੂੰ ਪਤਾ ਹੋਣੀ ਚਾਹੀਦੀਆਂ। ਇਸ ਕਰਕੇ ਇਹ ਜਿਹੜੀ ਪੜ੍ਹਾਈ ਹੈ, ਇੰਪਾਵਰਮੈਂਟ ਥਰੂ ਨੌਲੇਜ ਜਿਹੜੀ ਬੁੱਕ ਹੈ ਮੇਰੀ, ਉਹਦੇ ਮਾਧਿਅਮ ਦੇ ਨਾਲ ਅਸੀਂ ਇਹਨਾਂ ਨੂੰ ਪੜ੍ਹਾ ਰਹੇ ਹਾਂ ਤੇ ਪਿਛਲੇ 10 ਸਾਲਾਂ ਦਾ ਬਹੁਤ ਵਧੀਆ ਨਤੀਜਾ ਆ ਰਿਹਾ। ਹੁਣ ਲੋਕ ਬੜੀ ਪ੍ਰਸ਼ੰਸਾ ਕਰ ਰਹੇ ਆ, ਉਹ ਇਹ ਵੀ ਮੰਗ ਕਰ ਰਹੇ ਨੇ ਕਿ ਚੰਗੇ ਸਕੂਲਾਂ ਦੇ ਵਿੱਚ ਵੀ ਇਹ ਪੜ੍ਹਾਈ ਮਿਲਣੀ ਚਾਹੀਦੀ ਹੈ, ਕਿਉਂਕਿ ਅੱਛੇ ਸਕੂਲਾਂ ਦੇ ਵਿੱਚ ਵੀ ਇਹ ਪੜ੍ਹਾਈ ਅਵੇਲੇਬਲ ਨਹੀਂ ਹੈ। ਉਹ ਕਿਤਾਬਾਂ ਬੰਦ ਕਰ ਦੇਣੀਆਂ ਚਾਹੀਦੀਆਂ, A for ਐਪਲ, B for ਬੈਟ ਬੰਦ ਕਰ ਦੇਣੇ, ਬੱਚਿਆਂ ਨੂੰ ਸਿੱਧਾ ਤੁਸੀਂ ਐਜੂਕੇਸ਼ਨ ਆ ਦਿਓ ਤਾਂ ਕਿ ਬੱਚਾ ਜਿਹੜਾ ਵਾ ਅੱਗੇ ਗਰੋਥ ਕਰੇ, ਉਹ ਆਪਣੇ ਸੰਵਿਧਾਨ ਦੀ ਲੜਾਈ ਖੁਦ ਆਪ ਲੜ ਸਕੇ। ਦੇਖੋ, ਇਹ ਬਹੁਤ ਜ਼ਰੂਰੀ ਹੈ। ਜਦੋਂ ਸਾਡਾ ਦੇਸ਼ ਸੰਵਿਧਾਨ ਦੇ ਆਧਾਰਿਤ ਤੇ ਚੱਲਦਾ ਤੇ ਲੋਕਤੰਤਰ ਹੈ, ਲੋਕਤੰਤਰ 'ਚ ਲੋਕ ਕਹਿੰਦੇ ਜੀ ਸਰਕਾਰ ਮੈਂ ਬਣਾਉਣਾ, ਮੇਰੀ ਸਰਕਾਰ ਹੈ। ਮੇਰੀ ਸਰਕਾਰ ਕਿੱਦਾਂ ਉਹਨੂੰ ਧੱਕਾ ਲੱਗਦਾ ਜਦੋਂ ਰਿਸ਼ਵਤ ਮੰਗਦੀ ਹੈ, ਸਰਕਾਰੀ ਅਫਸਰ ਰਿਸ਼ਵਤ ਮੰਗਦੇ ਆ, ਆਪਾਂ ਨੂੰ ਕੰਮ ਕਰਾਉਣ ਵਾਸਤੇ ਤਰਲੇ ਕਰਨੇ ਪੈਂਦੇ ਆ। ਇਵਨ ਤੁਸੀਂ ਪੱਤਰਕਾਰ ਹੋ, ਤੁਹਾਨੂੰ ਵੀ ਸਿਫਾਰਸ਼ਾਂ ਲਵਾਉਣੀਆਂ ਪੈਂਦੀਆਂ, ਕਈ ਵਾਰੀ ਤੁਹਾਨੂੰ ਦੱਸਣਾ ਪੈਂਦਾ ਮੈਂ ਪੱਤਰਕਾਰ ਹਾਂ। ਆਮ ਨਾਗਰਿਕ ਦੀ ਤਰ੍ਹਾਂ ਤੁਹਾਡਾ ਕੰਮ ਨਹੀਂ ਹੁੰਦਾ, ਤੇ ਫਿਰ ਇਹ ਦੇਸ਼ ਗੁਲਾਮੀ ਦਾ ਦੇਸ਼ ਹੋ ਗਿਆ ਲੋਕਾਂ ਵਾਸਤੇ, ਆਮ ਬੰਦਿਆਂ ਵਾਸਤੇ। ਤੇ ਇਸ ਕਰਕੇ ਜੇ ਸਾਨੂੰ ਸੰਵਿਧਾਨ ਆਧਾਰਿਤ ਦੇਸ਼ ਹੈ, ਜੇ ਸੰਵਿਧਾਨ ਦਾ ਹੱਕ ਕਿਸੇ ਜੱਜ ਕੋਲੇ ਹੈ, ਕਿਸੇ ਪੁਲਿਸ ਅਫਸਰ ਕੋਲੇ ਹੈ, ਕਿਸੇ DC IAS ਅਫਸਰ ਕੋਲੇ ਹੈ, ਇਹਨਾਂ ਬੱਚਿਆਂ ਕੋਲ ਵੀ ਹੋਣਾ ਚਾਹੀਦਾ ਹੈਗਾ, ਨਾਗਰਿਕਾਂ ਕੋਲੇ ਵੀ ਹੈਗਾ, ਤੁਹਾਡੇ ਕੋਲੇ ਵੀ ਹੈਗਾ। ਪਤਾ ਨਹੀਂ ਹੈ, ਤੁਹਾਨੂੰ ਵੀ ਨਹੀਂ ਪਤਾ, ਤੁਹਾਨੂੰ ਵੀ ਆਪਣੇ ਰਾਈਟਸ ਨਹੀਂ ਪੂਰੇ ਪਤਾ। ਜੇ ਤੁਹਾਨੂੰ ਪੂਰੇ ਰਾਈਟਸ ਪਤਾ ਹੋਣ, ਤੁਸੀਂ ਟੁੱਟੀ ਸੜਕ ਤੇ ਮੋਟਰਸਾਈਕਲ ਚਲਾ ਕੇ ਨਾਂਦੇ ਹੋ, ਖੱਡਾ ਪਾਣੀ ਬਰਸਾਤ ਦਾ ਭਰਿਆ ਹੋਇਆ, ਤੁਸੀਂ ਵੀ ਲੜਦੇ। ਬਾਹਰ ਹਾਲਾਤ ਦੇਖੇ ਆਪਾਂ, ਕਿੱਥੇ ਸਕੂਲ ਬਣਿਆ ਵਾ, ਉਹਦੇ ਹਾਲਾਤ ਕਿੰਨੇ ਮਾੜੇ ਨੇ। ਜੇ ਬੱਚਿਆਂ ਨੂੰ ਪਤਾ ਹੋਊਗਾ ਤੇ ਲੜਨਗੇ। ਇਕੱਲੇ ਬੱਚਿਆਂ ਦੀ ਗੱਲ ਨਹੀਂ, ਤੁਸੀਂ ਪਹਿਲਾਂ ਲੜੋਗੇ, ਤੁਹਾਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਨਾ। ਤੁਸੀਂ ਬੱਚੇ ਤਾਂ ਹਲੇ ਛੋਟੇ ਆ, ਤੁਸੀਂ ਵੱਡੇ ਹੋ। ਜਦੋਂ ਤੁਸੀਂ ਕਾਬਲ ਨਹੀਂ ਹੋਏ ਲੜਾਈ ਲੜਨ ਦੇ, ਤੇ ਬੱਚਿਆਂ ਨੂੰ ਤਾਂ ਹਲੇ ਟਾਈਮ ਲੱਗੇਗਾ। ਪਰ ਅਸੀਂ ਇਹਨਾਂ ਨੂੰ ਕਾਬਲ ਬਣਾ ਰਹੇ ਹਾਂ, ਕਿਉਂਕਿ ਆਪਣੇ ਵਰਗੇ ਉਮਰ ਦੇ ਵਿੱਚ ਬੰਦੇ ਜਿਵੇਂ ਤੁਸੀਂ ਹੋ, ਤੁਹਾਡੇ ਵਰਗੇ ਕਈ ਹੋਣਗੇ ਜਿਹੜੇ ਸਾਈਡ ਕਰਕੇ ਨਿਕਲ ਜਾਣਗੇ, ਉਹਨਾਂ ਨੂੰ ਪਤਾ ਨਹੀਂ ਕਰਨਾ ਕੀ ਹੈ। ਸਿਖਾਇਆ ਕੁਝ ਹੋਰ ਗਿਆ ਨਾ, ਸਿਖਾਇਆ ਕੁਝ ਹੋਰ ਗਿਆ। ਇਸ ਕਰਕੇ ਇਹ ਪੜ੍ਹਾਈ ਸਿਰਫ ਬੱਚਿਆਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਇਹ ਹਰ ਨਾਗਰਿਕ ਨੂੰ ਜ਼ਰੂਰੀ ਹੈ। ਜਿਹੜਾ ਪੜ੍ਹ ਲਿਖ ਗਿਆ ਉਹਨੂੰ ਵੀ ਦੁਬਾਰਾ ਬੁੱਕ ਪੜ੍ਹਨੀ ਪਊਗੀ, ਤਾਂ ਕਿ ਸ਼ੁਰੂ ਤੋਂ ਉਹਨਾਂ ਨੂੰ ਪਤਾ ਚੱਲੇ ਮੈਂ ਵੀ ਸੰਵਿਧਾਨਿਕ ਨਾਗਰਿਕ ਹਾਂ, ਮੈਂ ਸੰਵਿਧਾਨ ਤੋਂ ਬਾਹਰ ਨਹੀਂ ਹਾਂ ਤੇ ਮੇਰੇ ਵੀ ਸੰਵਿਧਾਨਿਕ ਹੱਕ ਹੈ। ਹਰੀਓਮ ਜੀ, ਇਹ ਆਈਡੀਆ ਕਿੱਥੋਂ ਆਇਆ? ਐਡਵੋਕੇਟ ਤੋਂ ਤੁਸੀਂ ਇੱਧਰ ਸ਼ਿਫਟ ਹੋ ਗਏ, ਬੱਚਿਆਂ ਨੂੰ ਤੁਸੀਂ ਲੋ ਵੀ ਕਰ ਰਹੇ ਹੋ, ਨਾਲ ਨਾਲ ਤੁਸੀਂ ਬੱਚਿਆਂ ਨੂੰ ਪੜ੍ਹਾ ਵੀ ਰਹੇ ਹੋ, ਆਈਡੀਆ ਕਿੱਥੋਂ ਆਇਆ? ਦੇਖੋ, ਮੈਂ ਲੀਗਲ ਪ੍ਰੋਫੈਸ਼ਨ ਚਾਹਣ ਤੋਂ ਪਹਿਲਾਂ ਮੈਂ ਇੰਟਰਨੈਸ਼ਨਲ ਬਿਜ਼ਨਸ ਦੇ ਵਿੱਚ ਸੀਗਾ। 25 ਸਾਲ ਮੈਂ ਉਹਦੇ 'ਚ ਬਹੁਤ ਅੱਛਾ ਮੇਰਾ ਵਪਾਰ ਸੀ, ਬਹੁਤ ਹੀ ਅੱਛੇ ਲੈਵਲ ਦੀ ਮੇਰੀ ਟਰਨਓਵਰ ਸੀ। ਜਰਮਨੀ 'ਚ ਮੇਰੀ ਪਾਰਟਨਰਸ਼ਿਪ ਸੀ। ਪਰ ਮੈਂ ਇੱਕ ਅਸਮਾਨਤਾ ਦੇਖੀ ਸੀ ਆਪਣੀ ਬਚਪਨ 'ਚ, ਔਰ ਜਿਵੇਂ ਜਿਵੇਂ ਮੈਂ ਵੱਡਾ ਹੋ ਰਿਹਾ ਸੀਗਾ, ਮੈਂ ਦੇਖਿਆ ਕਿ ਅਸਮਾਨਤਾ ਹਰ ਤਰੀਕੇ ਤੇ ਹੈ। ਤੁਸੀਂ ਜੇ ਵਧਣਾ ਸਿਸਟਮ ਦੇ ਵਿੱਚ, ਜਾਂ ਤਾਂ ਕਿਸੇ ਦਾ ਚਮਚਾ ਬਣ ਜਾਓ ਵੱਡੇ ਬੰਦੇ ਦਾ, ਜਾਂ ਠੱਗੀ ਠੋਰੀ ਮਾਰ ਲਓ। ਸਿੱਧੇ ਰਸਤੇ ਨਾਲ ਅੱਗੇ ਵਧਣ ਦੇ ਤਰੀਕੇ ਰਸਤੇ ਬੜੇ ਘੱਟ ਸੀਗੇ।
ਤੇ ਜੇ ਤੁਸੀਂ ਇਮਾਨਦਾਰੀ ਨਾਲ ਅੱਗੇ ਵਧਣਾ ਤੇ ਸੰਘਰਸ਼ ਹੀ ਸੰਘਰਸ਼ ਹੈ। ਤੁਹਾਡੇ ਰਸਤੇ ਵਿੱਚ ਰੋੜੇ ਰਟਕਾਏ ਜਾਣਗੇ, ਤੁਹਾਨੂੰ ਸਰਕਾਰੀ ਅਫਸਰ ਤੰਗ ਕਰਨਗੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਰਿਸ਼ਵਤ ਦਾ ਲਾਲਚ ਹੈ। ਉਹ ਤੁਹਾਡੀ ਆਡਿਟ ਵੀ ਕਰਨ ਆਏ ਤਾਂ ਵੀ ਉਹਨਾਂ ਨੂੰ ਲਾਲਚ ਹੈ। ਬੇਫਜ਼ੂਲ ਜਿਹੀਆਂ ਗਲਤੀਆਂ ਕੱਢੀ ਜਾਣਗੇ, ਤੁਹਾਨੂੰ ਤੰਗ ਪਰੇਸ਼ਾਨ ਐਸੇ ਕਰਨਗੇ, ਤੁਸੀਂ ਕਹੋਗੇ ਛੱਡ ਜਾ, ਦੇ ਪੈਸੇ ਇਹਨਾਂ ਨੂੰ, ਮੂੰਹ ਬੰਦ ਕਰ। ਉਹ ਜਿਹੜੀ ਪਰੇਸ਼ਾਨੀ ਹੈ ਉਹ ਮੈਂ ਜਦੋਂ ਦੇਖੀਆਂ ਤਾਂ ਮੈਨੂੰ ਲੱਗਿਆ ਵੀ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ। ਫਿਰ ਮੈਂ ਆਪਣਾ ਵਪਾਰ ਛੱਡਿਆ, ਕਿਤਾਬ ਲਿਖਣੀ ਸ਼ੁਰੂ ਕੀਤੀ। ਉਹਦਾ ਨਾਮ ਹੈ ਬੁੱਕ ਮੇਰੀ ਰਿਸਟੋਰਿੰਗ ਦਾ ਬੈਲੈਂਸ। 2008 'ਚ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ। ਉਹਦੇ ਕਰਕੇ ਮੈਂ ਲਾਅ ਦੀ ਪੜ੍ਹਾਈ 2009 'ਚ 43 ਸਾਲ ਦੀ ਉਮਰ 'ਚ ਜੁਆਇਨ ਕੀਤੀ। 46 ਸਾਲ ਦੇ ਵਿੱਚ ਮੈਂ ਲਾਅ ਪਾਸ ਕੀਤੀ। ਵਪਾਰ ਮੈਂ ਬੰਦ ਕਰਤਾ, ਮੈਂ ਵਿਹਲਾ ਹੋ ਗਿਆ ਤੇ ਮੈਂ ਬੜੀ ਰਿਸਰਚ ਕੀਤੀ, ਬੜੀ ਖੋਜ ਕੀਤੀ। ਫਿਰ ਮੈਂ ਬੱਚੇ ਜਦੋਂ ਪੜ੍ਹਾਉਣ ਲੱਗਿਆ ਤੇ ਖੋਜ ਕਰਕੇ ਸਿੱਖਿਆ ਬਣਾਈ ਵੀ ਸਿੱਖਿਆ ਉਹ ਦਿਓ ਜਿਹੜੀ ਸੰਵਿਧਾਨ ਤੇ ਲੋਕਤੰਤਰ ਸਾਡੇ ਦੇਸ਼ ਦੇ ਸਿਸਟਮ ਦੇ ਆਧਾਰਿਤ ਹੋਵੇ, ਸਮਾਜ ਦੇ ਆਧਾਰਿਤ ਹੋਵੇ, ਜਿਹੜੇ ਊਚ ਨੀਚ ਦਾ ਫਾਸਲਾ ਖਤਮ ਕਰੇ, ਹਰ ਨਾਗਰਿਕ ਨੂੰ ਇਨਸਾਨ ਦੇ ਨਾਲ ਜੋੜੇ ਤੇ ਇਨਸਾਨੀਅਤ ਪਹਿਲਾਂ ਹੋਵੇ, ਬਾਕੀ ਸਾਰੀ ਚੀਜ਼ਾਂ ਪਿਛਲੇ ਹੋਣ। ਇਸ ਕਰਕੇ ਇਹ ਫਿਰ ਸਾਰੇ ਖਿਆਲ ਜਦੋਂ ਬਣੇ, ਮੈਂ ਬੜੀ ਰਿਸਰਚ ਕੀਤੀ, ਇੰਟਰੈਕਸ਼ਨ ਹੋਇਆ ਗਵਰਨਮੈਂਟ ਲੈਵਲ ਦੇ ਉੱਪਰ। ਬੜੇ ਸਾਰੇ ਮੈਂ ਮੁੱਦੇ ਚੱਕੇ, ਜਿਵੇਂ ਟੋਲ ਪਲਾਜ਼ਾ ਦਾ ਮੁੱਦਾ ਚੱਕਿਆ ਸੀ, 3 ਮਿੰਟ ਦਾ ਰੂਲ ਬਣਵਾਇਆ ਸੀਗਾ। ਸੜਕ ਤੇ ਖੱਡਾ ਹੈ, ਉਹਦੇ ਪਿੱਛੇ ਸੋਮਾ ਜਿਹੜਾ ਕੰਟਰੈਕਟਰ ਨੈਸ਼ਨਲ ਹਾਈਵੇ ਅਥਾਰਟੀ 50,000 ਦਾ ਫਾਈਨ ਪਵਾਇਆ। ਇਹ ਸਾਰੇ ਮੁੱਦੇ ਉੱਥੋਂ ਨਿਕਲ ਕੇ ਆਏ ਕਿ ਜਦੋਂ ਤੁਹਾਨੂੰ ਰਾਈਟਸ ਪਤਾ ਹੋਣਗੇ, ਤੁਹਾਨੂੰ ਦੇਸ਼ ਦਾ ਸਿਸਟਮ ਪਤਾ ਹੋਏਗਾ, ਤੁਸੀਂ ਲੜ ਪਾਓਗੇ। ਫਿਰ ਮੈਂ ਕਿਹਾ ਜੇ ਮੈਂ ਨੌਲੇਜ ਲਈ ਹੈ, ਇਹ ਨੌਲੇਜ ਵੰਡਣੀ ਸ਼ੁਰੂ ਕਰ ਦਿਓ। ਫਿਰ ਮੈਂ ਇਹ ਨਵੀਂ ਸਾਰੀ ਐਜੂਕੇਸ਼ਨ ਤਿਆਰ ਕੀਤੀ। ਸੌਰੀ, ਮੈਂ ਵਿੱਚ ਰੋਕਣਾ ਚਾਹੂੰਗਾ, ਪਰਿਵਾਰ ਦੀ ਸਪੋਰਟ ਫਿਰ ਕਿਸ ਤਰ੍ਹਾਂ ਰਹੀ? ਪਰਿਵਾਰ ਨੇ ਨਹੀਂ ਕਿਹਾ ਕਿ ਤੁਸੀਂ ਬਿਜ਼ਨਸ ਛੱਡਤਾ, ਤੁਸੀਂ ਸਾਰਾ ਕੁਝ ਛੱਡਤਾ, ਤੁਸੀਂ ਇਹ ਕਿਹੜੇ ਕੰਮ ਲੱਗ ਗਏ ਹੋ? ਪਰਿਵਾਰ ਦੀ ਸਪੋਰਟ ਕਿਸ ਤਰ੍ਹਾਂ ਰਹੀ? ਦੇਖੋ, ਜੇ ਤੁਸੀਂ ਪਿੱਲਰ ਹੋ ਬਿਲਡਿੰਗ ਦੇ, ਪਿੱਲਰ ਬਿਲਡਿੰਗ ਛੱਡ ਕੇ ਜਾਏਗਾ ਤਾਂ ਬਿਲਡਿੰਗ ਗਿਰ ਜਾਏਗੀ। ਪਿੱਲਰ ਮਜ਼ਬੂਤ ਹੈ। ਪਿੱਲਰ ਨੂੰ ਪਹਿਲਾਂ ਮਜ਼ਬੂਤ ਰਹਿਣਾ ਪਏਗਾ। ਪਿੱਲਰ ਨੂੰ ਆਪਣੀ ਜਗ੍ਹਾ ਨਹੀਂ ਛੱਡਣੀ, ਪਿੱਲਰ ਨੂੰ ਪਿੱਲਰ ਹੀ ਬਣਾ ਰਹਿਣਾ ਪਊਗਾ, ਤਾਂ ਬਿਲਡਿੰਗ ਰਹੂਗੀ। ਤਾਂ ਉਸ ਤੋਂ ਇਲਾਵਾ ਬਾਕੀ ਕੰਮ ਕਰਨੇ ਪੈਣਗੇ। ਮੈਂ ਆਪਣੀ ਜ਼ਿੰਮੇਵਾਰੀ ਨਹੀਂ ਛੱਡੀ। ਜੋ ਪਰਿਵਾਰ ਦੀ ਜ਼ਿੰਮੇਵਾਰੀ ਸੀ ਮੈਂ ਕੈਲਕੂਲੇਟ ਕਰ ਲਈਆਂ ਸੀਗੀਆਂ, ਠੀਕ ਆ, ਆਹ ਜ਼ਿੰਮੇਵਾਰੀਆਂ ਨੋ ਡਾਊਟ ਪੂਰੀਆਂ ਪਰਫੈਕਸ਼ਨ ਨਹੀਂ ਹੁੰਦੀ, ਕਮੀਆਂ ਰਹਿ ਜਾਂਦੀਆਂ, ਪਰ ਮੈਂ ਕਾਫੀ ਹੱਦ ਤੱਕ ਕੈਲਕੂਲੇਟ ਕਰਕੇ ਚੱਲਿਆ ਸੀਗਾ ਵੀ ਇਹ ਇੰਨਾ ਕੋਕੜਾ ਮੈਨੂੰ ਆਉਣਗੀਆਂ, ਇੰਨੀ ਕੁ ਮੈਂ ਸੰਘਰਸ਼ ਕਰਾਂਗਾ। ਪਰ ਮੈਨੂੰ ਨਹੀਂ ਸੀ ਪਤਾ ਮੇਰਾ ਸੰਘਰਸ਼ ਉਸ ਤੋਂ ਲੰਬਾ ਹੋ ਜਾਏਗਾ। ਤੇ ਇਸ ਕਰਕੇ ਮੈਨੂੰ ਕਈ ਚੈਲੰਜਸ ਆਏ, ਪਰ ਮੈਂ ਫੇਸ ਕੀਤੇ ਔਰ ਮੈਂ ਪਰ ਡਟਿਆ ਰਿਹਾ, ਹਟਿਆ ਨਹੀਂ। ਤੇ ਅੱਜ ਮੈਂ ਉਹ ਸਾਰੇ ਔਕੜਾਂ ਤੋਂ ਬਾਹਰ ਆ ਚੁੱਕਾ। ਇਹ ਬੱਚਿਆਂ ਨੂੰ ਪਤਾ ਲੱਗ ਗਿਆ ਜੀ ਸੰਵਿਧਾਨ ਬਾਰੇ, ਜੋ ਤੁਸੀਂ ABC ਲਿਖੀ ਆ, ਇਹਦੇ ਬਾਰੇ ਸਾਰੀ ਬੱਚਿਆਂ ਨੂੰ ਨੌਲੇਜ ਹੋ ਗਈ, ਬੱਚੇ ਬੋਲਦੇ ਨੇ, ਸਿੱਖਦੇ ਨੇ ਕਿ ਇਹ ਠੀਕ ਆ, ਵਧੀਆ ਵਾ। ਦੇਖੋ, ਇਹ ਜਿਹੜਾ ਐਜੂਕੇਸ਼ਨ ਦਾ ਪ੍ਰੋਸੈਸ ਹੈ, ਇਹ ਇੱਕ ਦਿਨ ਦੇ ਵਿੱਚ ਕੈਪਸੂਲ ਦੀ ਤਰ੍ਹਾਂ ਨਹੀਂ ਹੈ। ਇਹਨੂੰ ਹੌਲੀ ਹੌਲੀ ਗ੍ਰੈਜੂਅਲੀ ਅਬਜ਼ੋਰਬ ਕੀਤਾ ਜਾਂਦਾ ਹੈ। ਤੁਸੀਂ ਇਹਨੂੰ ਲਗਾਤਾਰ ਪੜ੍ਹਾਉਣਾ ਹੈ। ਜਦੋਂ ਲਗਾਤਾਰ ਪੜ੍ਹਾਓਗੇ ਹੌਲੀ ਹੌਲੀ ਸਮਝਣਗੇ। ਪਹਿਲਾਂ ਇਹਨਾਂ ਨੂੰ ਯਾਦ ਕਰਨਾ ਪੈਂਦਾ ਹੈ, ਫਿਰ ਉਹਦੇ ਮੀਨਿੰਗ ਸਮਝਣੇ ਪੈਂਦੇ ਆ, ਫਿਰ ਉਹਦੀ ਡਿਸਕ੍ਰਿਪਸ਼ਨ ਸਮਝਣੀ ਪੈਂਦੀ ਹੈ, ਫਿਰ ਉਹ ਇੱਕ ਚੀਜ਼ ਦੂਜੇ ਨਾਲ ਕਿੱਦਾਂ ਰਿਲੇਟਡ ਹੈ, ਫਿਰ ਸਾਡੀ ਸੁਸਾਇਟੀ ਨਾਲ ਕਿੱਦਾਂ ਰਿਲੇਟਡ ਹੈ, ਸਾਡੇ ਜੀਵਨ ਨਾਲ ਕਿੱਦਾਂ ਰਿਲੇਟਡ ਹੈ। ਇਹ ਸਾਰੀ ਚੀਜ਼ਾਂ ਸਾਨੂੰ ਸਿੱਖਣੀਆਂ ਪੈਂਦੀਆਂ। ਇਹ ਗ੍ਰੈਜੂਅਲ ਪ੍ਰੋਸੈਸ ਹੈ। ਬੱਚਿਆਂ ਦੀ ਬਹੁਤ ਅੱਛੀ ਪ੍ਰੋਗਰੈਸ ਹੋ ਰਹੀ ਹੈ। ਇਹ ਜਿਹੜਾ ਪ੍ਰੋਜੈਕਟ ਤੁਸੀਂ ਖੜੇ ਹੋ, ਇਹ ਸਾਡਾ ਤਕਰੀਬਨ ਅਸੀਂ ਲੁਧਿਆਣੇ 'ਚ ਟੋਟਲ 12 ਪ੍ਰੋਜੈਕਟ ਲਗਾ ਚੁੱਕੇ ਹਾਂ। 5 ਸਾਡੇ ਚੱਲਦੇ ਪਏ, 6-7 ਬੰਦ ਹੋ ਗਏ ਕਿਉਂਕਿ ਸਾਨੂੰ ਟੀਮ ਨਹੀਂ ਮਿਲਦੀ ਜਿਹੜੀ ਸਲਮ ਝੁੱਗੀਆਂ 'ਚ ਜਾ ਕੇ ਪੜ੍ਹਾਵੇ, ਕਿਉਂਕਿ ਇਹਦੇ ਵਾਸਤੇ ਡਿਵੋਟਿਡ ਬੰਦਾ ਚਾਹੀਦਾ। ਉਹਨੂੰ ਪਹਿਲਾਂ ਇਹਦੇ ਵਿੱਚ ਮਿਹਨਤ ਬਹੁਤ ਆ। ਬੱਚੇ ਇਕੱਠੇ ਕਿੱਦਾਂ ਕਰਦੇ ਹੋ ਤੁਸੀਂ? ਇਹ ਬੱਚੇ ਪੜ੍ਹਨ ਨੂੰ ਤਿਆਰ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੇ ਮਾਪਿਓ ਤਾਂ ਮਜ਼ਦੂਰੀਆਂ ਕਰਦੇ ਨੇ, ਕਦੀ ਕਿੱਥੇ ਚਲਾ ਗਿਆ, ਕੋਈ ਇੱਥੇ ਚਲਾ ਗਿਆ, ਵੀ ਬੱਚਿਆਂ ਨੂੰ ਵੀ ਨਾਲ ਲਾ ਦਿੰਦੇ ਨੇ। ਇਹ ਬੱਚੇ ਇਕੱਠੇ ਕਿੱਦਾਂ ਕਰਦੇ ਹੋ ਤੇ ਪੜ੍ਹਾਉਣਾ ਕਿੱਦਾਂ ਸ਼ੁਰੂ ਕਰਦੇ ਹੋ ਫਿਰ ਇਹਨਾਂ ਨੂੰ, ਕਿ ਇਹ ਲੈ ਕੇ ਆਣਾ ਜਾਂ ਛੱਡ ਕੇ ਜਾਣਾ, ਕਿੱਥੇ ਤੱਕ ਪਹੁੰਚਾਣਾ ਇਹਨਾਂ ਨੂੰ? ਦੇਖੋ, ਚੈਲੰਜ ਹਰ ਸਟੈਪ ਤੇ ਹੈ, ਹਰ ਕਦਮ ਤੇ ਚੈਲੰਜ ਹੈ। ਪਹਿਲਾਂ ਇਹਨਾਂ ਨੂੰ ਹਰ ਰੋਜ਼ ਮੋਟੀਵੇਟ ਕਰਨਾ, ਇਹਨਾਂ ਨੂੰ ਬੁਲਾਣਾ, ਇਹਨਾਂ ਦੇ ਮਾਂ-ਬਾਪ ਦਾ ਜਿਹੜੇ ਮਜਬੂਰੀਆਂ, ਇਹਨਾਂ ਦਾ ਸਮਾਜ ਹੈ, ਉਹ ਇਹਨਾਂ ਵਾਸਤੇ ਪ੍ਰਾਇੋਰਟੀ ਹੈ। ਵਿਆਹ ਸ਼ਾਦੀ ਹੋ ਗਈ, ਇਹਨਾਂ ਨੇ ਬੱਚੇ ਹੈ, ਵਿਆਹ ਪਹਿਲਾਂ ਜ਼ਰੂਰੀ ਹੈ। ਇਹਨਾਂ ਦੀ ਤਾਂ ਉਮਰਾਂ 'ਚ ਮੇਰੇ ਖਿਆਲ 12-13 ਸਾਲ ਦੀ ਉਮਰ 'ਚ ਕਹਿੰਦੇ ਵਿਆਹ ਵੀ ਕਰ ਦਿੰਦੇ ਨੇ। ਹਾਂ, ਇਹਨਾਂ ਦੇ ਬਾਲ ਵਿਵਾਹ ਬੜਾ ਕਾਮਨ ਹੈ। 12-13 ਸਾਲ ਦੀ ਉਮਰ 'ਚ ਆਮ ਵਿਵਾਹ ਹੋ ਜਾਂਦਾ ਹੈ। 14 ਸਾਲਾਂ 'ਚ ਬੱਚੇ ਬਾਲ ਮਜ਼ਦੂਰੀ 'ਚ ਲੱਗ ਜਾਂਦੇ ਆ। ਅਡਲਟ ਹੋਣ ਤੋਂ ਪਹਿਲਾਂ ਮਾਂ-ਬਾਪ ਬਣੇ ਹੁੰਦੇ ਆ। ਇਸ ਕਰਕੇ ਔਕੜਾਂ ਬਹੁਤ ਹੈ, ਚੈਲੰਜਸ ਬਹੁਤ ਹੈ, ਪਰ ਜੇ ਤੁਹਾਡੇ ਅੰਦਰ ਡਿਟਰਮੀਨੇਸ਼ਨ ਹੈ ਫਿਰ ਤੁਸੀਂ ਹਰ ਔਕੜ ਦਾ ਸੋਲੂਸ਼ਨ ਨਿਕਾਲਣਾ ਹੈ। ਉਹ ਅਸੀਂ ਕੱਢੀ ਜਾਂਦੇ ਲਗਾਤਾਰ, ਤੇ ਉਹਦਾ ਹੀ ਨਤੀਜਾ ਹੈ ਕਿ ਇਹ ਬੱਚੇ ਲਗਾਤਾਰ ਪੜ੍ਹਦੇ ਪਏ ਨੇ। ਜਿਹੜੇ ਪ੍ਰੋਜੈਕਟ ਸਾਡੇ ਮੈਂ ਦੱਸਿਆ ਬੰਦ ਵੀ ਹੋਏ ਨੇ ਕਿਉਂਕਿ ਸਾਨੂੰ ਟੀਚਰ ਵੀ ਬੜੇ ਡੈਡੀਕੇਟਿਡ ਚਾਹੀਦੇ ਆ ਔਰ ਉਹਨਾਂ ਨੂੰ ਇਹ ਨੌਲੇਜ ਚਾਹੀਦੀ ਹੈ, ਕਿਉਂਕਿ ਸਾਡੀ ਨੌਲੇਜ ਬੜੀ ਡਿਫਰੈਂਟ ਹੈ, ਬੜੀ ਉੱਚੇ ਲੈਵਲ ਦੀ ਨੌਲੇਜ ਹੈ। ਟੀਚਰਸ ਨੂੰ ਮੈਨੂੰ ਟ੍ਰੇਨ ਕਰਨਾ ਪੈਂਦਾ ਹੈ। ਜਦੋਂ ਮੈਂ ਟ੍ਰੇਨ ਕਰਦਾ, ਟੀਚਰ ਦੀ ਅਬਜ਼ੋਰਬਿੰਗ ਕੈਪੈਸਿਟੀ ਵੀ ਹੋਣੀ ਚਾਹੀਦੀ ਹੈ। ਤੇ ਇਸ ਕਰਕੇ ਇਹ ਬੜਾ ਕੰਪੋਜ਼ਿਟ ਵਰਕ ਹੈ। ਇਹ ਵਨ ਕੰਪੋਨੈਂਟ ਨਹੀਂ ਹੈ, ਇਸ ਨੰਬਰ ਆਫ ਕੰਪੋਨੈਂਟਸ ਹੈ, ਮਿਲਾ ਕੇ ਜਿਹੜਾ ਹੈ ਸਾਡਾ ਪ੍ਰੋਜੈਕਟ ਚੱਲਦਾ ਹੈ। ਮੈਨੇਜ ਕਿੱਦਾਂ ਕਰਦੇ ਹੋ ਫਾਈਨੈਂਸ਼ੀਅਲੀ? ਪੈਸਾ ਕਿੱਥੋਂ ਇਕੱਠਾ ਕਰਨਾ, ਪੈਸਾ ਲਾਣਾ ਕਿੱਦਾਂ, ਇਹ ਮੈਨੇਜ ਕਿੱਦਾਂ ਕਰਦੇ ਹੋ? ਇਕੱਲੇ ਤੁਸੀਂ ਕਰ ਰਹੇ ਹੋ ਪ੍ਰੋਜੈਕਟ ਨੂੰ? ਇਹ ਮੇਰਾ, ਕਿਉਂਕਿ ਤੁਸੀਂ ਦੇਖਿਆ ਹੋਏਗਾ, ਇਹ ਰਿਸਰਚ ਬੇਸਡ ਪ੍ਰੋਜੈਕਟ ਹੈ। ਆਮ ਪਬਲਿਕ ਤੇ ਆਮ ਲੋਕਾਂ ਦੀ ਜਿਹੜੀ ਧਾਰਨਾ ਹੈ, ਉਹਨਾਂ ਨੂੰ ਲੱਗਦਾ ਗਰੀਬ ਬੱਚੇ ਪੜ੍ਹਾਉਣੇ, ਉਹਨਾਂ ਨੂੰ ਇਹ ਨਹੀਂ ਪਤਾ ਸਿੱਖਿਆ ਕੀ ਦੇ ਰਹੇ ਨੇ। ਇਹ ਸਿੱਖਿਆ ਅਲੱਗ ਹੈ। ਉਹਨਾਂ ਨੂੰ ਇਹ ਨਹੀਂ ਪਤਾ ਇਹ ਜਿਹੜਾ ਬੜਾ ਖੋਜ ਕੀਤਾ ਹੋਇਆ ਪ੍ਰੋਜੈਕਟ ਹੈ, ਇਹਦੇ ਵਿੱਚ ਬੜੀ ਮਿਹਨਤ ਤੇ ਬੜਾ ਰਿਸਰਚ ਤੇ ਬੜਾ ਵੱਡਾ ਕੁਰਬਾਨੀ ਹੈ ਮੇਰੀ। ਐਡਾ ਵੱਡਾ ਮੈਂ ਵਪਾਰ ਛੱਡਤਾ,
ਤੇ ਮੈਂ ਵਪਾਰ ਦੇ ਟਾਈਮ ਦੇ ਉੱਪਰ ਹੀ ਕੁਝ ਪੈਸਾ ਸਾਈਡ ਤੇ ਰੱਖਦਾ ਸੀ ਜਿਹੜਾ ਸੀ ਮੈਨੂੰ ਚੰਗੇ ਕੰਮ ਤੇ ਲਗਾਉਣਾ, ਪਰ ਮੈਨੂੰ ਉਦੋਂ ਕੰਮ ਚੰਗਾ ਸਮਝ ਨਹੀਂ ਸੀ ਆਇਆ। ਹੁਣ ਉਹ ਪੈਸਾ ਮੈਂ ਇਸਤੇਮਾਲ ਕਰਦਾ ਬੱਚੇ ਪੜ੍ਹਾਉਣ ਦੇ ਵਿੱਚ। ਤੇ ਬਾਕੀ ਕਿਉਂਕਿ ਚੰਗਾ ਕੰਮ ਹੈ, ਰੱਬ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈ, ਤੇ ਰੱਬ ਦੇ ਕੰਮ ਦੇ ਵਿੱਚ ਕਦੇ ਵਿਘਨ ਨਹੀਂ ਆਉਂਦੀ। ਇੰਜਨ ਤੁਸੀਂ ਬਣੇ ਹੋ, ਡੱਬੇ ਨਾਲ ਲੱਗ ਰਹੇ ਨੇ, ਲੋਕ ਜੁੜ ਰਹੇ ਨੇ ਨਾਲ। ਦੇਖੋ ਮੇਰਾ ਤਜਰਬਾ ਰਿਹਾ ਹੈਗਾ, ਕਿਉਂਕਿ ਮੈਂ 10 ਸਾਲ ਹੋ ਗਏ ਕੰਮ ਕਰਦੇ ਨੂੰ। ਬਹੁਤ ਘੱਟ ਲੋਕ, ਬਹੁਤ ਹੀ ਜਿਹੜੇ ਇਮਾਨਦਾਰ ਬੰਦੇ ਆ ਉਹੀ ਇਸ ਪ੍ਰੋਜੈਕਟ ਨਾਲ ਜੁੜ ਸਕਦੇ ਨੇ। ਜਿਹਦੇ ਮਨ 'ਚ ਸਿਰਫ ਫੋਟੋ ਖਿਚਾਣੀ, ਉਹ ਪ੍ਰੋਜੈਕਟ ਨਾਲ ਜੁੜ ਨਹੀਂ ਸਕਦਾ। ਤੇ ਜਿਹੜੇ ਬਹੁਤ ਇਮਾਨਦਾਰ ਬੰਦੇ ਆ ਉਹ ਮੇਰੇ ਨਾਲ ਇੰਡੀਆ 'ਚ ਜੁੜੇ ਨੇ। 280 ਦੇ ਕਰੀਬ ਸਾਡੇ ਪ੍ਰੋਜੈਕਟ ਇੰਡੀਆ 'ਚ ਚੱਲਦੇ ਪਏ ਨੇ। ਉਹ ਸਿੰਸੀਅਰ ਬੰਦੇ ਨੇ, ਪਰ ਲੁਧਿਆਣੇ ਵਿੱਚ ਮੈਨੂੰ ਅੱਜ ਤੱਕ ਕੋਈ ਬੰਦਾ ਨਹੀਂ ਮਿਲਿਆ ਜਿਹੜਾ ਇੰਨਾ ਸਿੰਸੀਅਰ ਪ੍ਰੋਜੈਕਟ ਚਲਾਉਣ ਵਾਸਤੇ ਤਿਆਰ ਹੋਵੇ। ਮੈਂ ਕਈਆਂ ਨੂੰ ਕਹਿੰਦਾ ਵੀ ਸਿੱਖੇ ਹੀ ਵੰਡ ਲਓ ਵਧੀਆ, ਪਰ ਨਹੀਂ। ਤੇ ਇਸ ਕਰਕੇ ਇਸ ਪ੍ਰੋਜੈਕਟ ਨਾਲ ਮੈਂ ਬੰਦੇ ਤਾਂ ਨਹੀਂ ਜੋੜਦਾ ਜਦੋਂ ਤੱਕ ਮੈਨੂੰ ਯਕੀਨ ਨਾ ਹੋ ਜਾਏ ਕਿ ਉਹ ਬੰਦਾ ਵਾਕਈ ਡੈਡੀਕੇਟਡ ਹੈ। ਤੇ ਮੇਰੀ ਇੱਕ ਕੰਡੀਸ਼ਨ ਹੁੰਦੀ ਹੈ ਕਿ 30 ਦਿਨ ਲਗਾਤਾਰ ਤੁਸੀਂ ਗਰੀਬ ਬੱਚੇ ਨੂੰ ਆ ਕੇ ਪੜ੍ਹਾਉਣਾ। ਜੇ ਬੰਦਾ ਕਵੇ ਮੈਂ ਤਿਆਰ ਹਾਂ, 30 ਦਿਨ ਪੂਰੇ ਕਰ ਲੈਂਦਾ, ਉਹਨੂੰ ਮੈਂ ਜੋੜਦਾ। ਪਰ ਮੈਂ ਦੇਖਿਆ 2 ਦਿਨ ਜਾਂ 3 ਦਿਨ ਤੋਂ ਬਾਅਦ ਕੋਈ ਨਹੀਂ ਆਉਂਦਾ। ਇਸ ਏਰੀਆ 'ਚ ਆਉਣਾ ਮੈਨੂੰ ਲੱਗਦਾ ਮੁਸ਼ਕਲ ਹੋ ਜਾਂਦਾ ਉਹਦੇ ਵਾਸਤੇ ਵੀ। ਏਰੀਆ ਵਿੱਚ ਵੀ ਉਹਨਾਂ ਦੀ ਨੀਅਤ ਵੀ ਨਹੀਂ ਹੈਗੀ, ਨੀਅਤ ਵਿੱਚ ਖੋਟ ਹੈ। ਨੀਅਤ ਇਹੀ ਹੈ ਵੀ ਆਪਾਂ ਫੋਟੋ ਖਿਚਾਣੀ ਤੇ ਸੋਸ਼ਲ ਮੀਡੀਆ ਤੇ ਫੋਟੋ ਪਾ ਦੀ, ਅਸੀਂ ਆ ਚੰਗਾ ਕੰਮ ਕਰ ਰਹੇ ਹਾਂ, ਸ਼ਾਇਦ ਮੇਰੇ ਖਿਆਲ ਡਾਲਰ ਬਾਹਰੋਂ ਆ ਜਾਣਗੇ। ਪਤਾ ਨਹੀਂ ਕੀ ਸੋਚ ਹੈ, ਪਰ ਇਹ ਕੰਮ ਕਰਨ ਵਾਸਤੇ ਡੈਡੀਕੇਸ਼ਨ ਚਾਹੀਦੀ ਹੈ, ਸਿੰਸੀਅਰਿਟੀ ਚਾਹੀਦੀ ਹੈ, ਤੁਹਾਨੂੰ ਕੁਰਬਾਨੀ ਚਾਹੀਦੀ ਹੈ। ਲਗਾਤਾਰ ਹਰ ਰੋਜ਼ ਆਉਣਾ ਹੈ, 9 ਤੋਂ 12, 12 ਤੋਂ 4 ਕੰਪਿਊਟਰ ਕਲਾਸ ਲਗਾਤਾਰ ਪੜ੍ਹਾਉਣਾ। ਇੱਕ ਦਿਨ ਦੀ ਛੁੱਟੀ ਨਹੀਂ ਹੈ, ਗਰਮੀ ਹੋਵੇ ਸਰਦੀ ਹੋਵੇ। ਫਿਰ ਇਹ ਕਿਤਾਬਾਂ ਸਭ ਤੁਸੀਂ ਲੈ ਕੇ ਦਿੰਦੇ ਹੋ, ਪ੍ਰੋਵਾਈਡ ਤੁਸੀਂ ਕਰਾਉਂਦੇ ਸਾਰਾ? ਹਾਂਜੀ, ਟੋਟਲ ਯੂਨੀਫਾਰਮ, ਕਿਤਾਬਾਂ, ਕਾਪੀਆਂ, ਈਵਨ ਕਿ ਹੋਟਲ 'ਚ ਲੈ ਕੇ ਜਾਣਾ, ਘੁਮਾਣਾ ਫਿਰਾਣਾ। ਹਾਂ, ਮੈਂ ਉਹ ਤਸਵੀਰ ਦੇਖੀ, ਤੁਸੀਂ ਆਪਣਾ ਬਰਥਡੇ ਜਿਹੜਾ ਇੱਕ 5 ਸਟਾਰ ਹੋਟਲ 'ਚ ਬਣਾਇਆ, ਬੱਚਿਆਂ ਨੂੰ ਨਾਲ ਖਾਣਾ ਖਵਾਇਆ ਉੱਥੇ। ਬਰਥਡੇ ਵੀ ਮਨਾਉਣਾ, ਦੀਵਾਲੀ ਵਾਸਤੇ ਵੀ ਇਹਨਾਂ ਨੂੰ 5 ਸਟਾਰ ਹੋਟਲ 'ਚ ਲੈ ਕੇ ਗਿਆ ਸੀ। ਤੇ ਮੈਨੂੰ ਕੋਸ਼ਿਸ਼ ਹੁੰਦੀ ਹੈ ਇਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਲੈ ਕੇ ਜਾਣਾ। ਮੈਂ ਸਾਇੰਸ ਸਿਟੀ ਵੀ ਲੈ ਕੇ ਗਿਆ ਸੀ। ਕੁਝ ਬੱਚੇ ਜਿਹੜੇ ਦੂਜੇ ਪ੍ਰੋਜੈਕਟ ਹੈ ਉਹ ਹਾਈ ਕੋਰਟ ਵੀ ਜਾ ਚੁੱਕੇ ਨੇ। ਇਦਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਟਾਈਮ ਮੇਰੇ ਕੋਲ ਅਵੇਲੇਬਲ ਹੈ ਉਸ ਟਾਈਮ 'ਚ ਮੈਂ ਇਹਨਾਂ ਨੂੰ ਐਕਸਪੋਜ਼ਰ ਦਿਵਾਵਾਂ ਤਾਂ ਕਿ ਇਹਨਾਂ ਦੇ ਅੰਦਰ ਅਰਮਾਨ ਪੈਦਾ ਹੋਵੇ ਤੇ ਅੱਗੇ ਵਧਣ ਦਾ ਪ੍ਰਣ ਲੈਣ ਤੇ ਉਹਦੇ ਵਾਸਤੇ ਮਿਹਨਤ ਕਰਨ। ਕੋਈ ਲੋਕ ਇਹ ਪ੍ਰੋਜੈਕਟ ਦੇਖਣ ਆਏ ਨੇ ਜਿਹੜੇ ਪਰਸਨੈਲਿਟੀ ਵਾਲੇ ਹੁੰਦੇ ਨੇ, ਚਾਹੇ ਜੱਜ ਸਾਹਿਬ ਹੋਣ ਜਾਂ ਕੋਈ ਵੀ ਹੋਵੇ, ਇਸ ਤਰ੍ਹਾਂ ਲੋਕ ਇਹ ਪ੍ਰੋਜੈਕਟ ਦੇਖਣ ਆਏ ਨੇ, ਉਹਨਾਂ ਨੇ ਕੁਝ ਕਿਹਾ ਹੋਵੇ ਇਸ ਬਾਰੇ? ਦੇਖੋ, ਪ੍ਰੋਜੈਕਟ ਵਿੱਚ 2 ਤਰ੍ਹਾਂ ਦੇ ਲੋਕ ਮੈਂ ਗਿਣਦਾ। ਜਿਵੇਂ ਉਹਦੇ ਤੇ ਬੈਠੇ ਬੰਦੇ ਬਹੁਤ, ਕੋਈ IAS, ਕੋਈ IPS, ਲੋਕਾਂ ਦੀ ਤਮੰਨਾ ਹੁੰਦੀ ਵੀ ਉਹਨਾਂ ਨੂੰ ਬੁਲਾਉਣਾ ਤੇ ਸੰਬੰਧ ਬਣਾਉਣੇ। ਮੈਨੂੰ ਲੱਗਦਾ ਮੇਰੀ ਐਸੀ ਕੋਈ ਤਮੰਨਾ ਹੈ ਨਹੀਂ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜੀ ਸਿਸਟਮ ਦੀ ਗਿਰਾਵਟ ਹੈ ਜਾਂ ਕਮੀ ਹੈ ਉਹ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੇ ਮੈਨੂੰ ਕੋਈ ਇੰਟਰਸਟ ਨਹੀਂ, ਕੋਈ ਲਾਲਚ ਨਹੀਂ, ਕੋਈ ਬੰਦੇ ਨੂੰ ਮੈਂ ਬੁਲਾਉਣਾ ਹੈ। ਹਾਂ, ਜਿਹਦਾ ਦਿਲ ਕਰਦਾ ਉਹ ਆ ਜਾਏ, ਜਿਹਦਾ ਇਨਸਾਨੀਅਤ ਦੇ ਤੌਰ ਤੇ ਦਿਲ ਕਰਦਾ ਉਹ ਆ ਜਾਏ। ਅਦਰਵਾਈਜ਼ ਮੈਂ ਕਿਸੇ ਬੰਦੇ ਨੂੰ ਨਹੀਂ ਬੁਲਾਉਂਦਾ। ਜਿੰਨੇ ਵੀ ਬੰਦੇ ਹੁਣ ਤੱਕ ਆਏ ਨੇ, ਉਹ ਬੰਦੇ ਆਏ ਨੇ, ਉਹਨਾਂ ਵਿੱਚੋਂ ਕੋਈ ਸੀਨੀਅਰ ਫੰਕਸ਼ਨਰੀ ਆਏ ਨੇ, ਹਾਈ ਕੋਰਟ ਦੇ ਜੱਜ ਜਸਟਿਸ TPS ਮਾਨ ਆਏ ਸਨ, ਨਿਹਤੀ ਇਨਸਾਨ, ਬਹੁਤ ਹੀ ਵਧੀਆ ਬੰਦੇ। ਇਸੇ ਤਰ੍ਹਾਂ ਗੁਰਪ੍ਰੀਤ ਕੌਰ, ਜਿਹਦਾ ਮੈਂ ਨਾਮ ਲੈ ਸਕਦਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੀਗੀ। ਇਹ ਬੰਦੇ ਉਹ ਸੀ ਜਿਨ੍ਹਾਂ ਦੇ ਦਿਲ ਦੇ ਵਿੱਚ ਇਨਸਾਨ ਸੀਗਾ। ਉਹ ਇਨਸਾਨ ਦੇ ਨਾਤੇ ਆਏ, ਉਹਦੇ ਦੇ ਨਾਤੇ ਮੈਂ ਕਿਸੇ ਨੂੰ ਨਹੀਂ ਬੁਲਾਉਂਦਾ। ਇਨਸਾਨ ਦੇ ਨਾਤੇ ਜਿਹੜਾ ਮਰਜ਼ੀ ਆਵੇ, ਉਹ ਇਨਸਾਨ ਦੇ ਤਰ੍ਹਾਂ ਤੇ ਆਵੇ, ਬਰਾਬਰ ਦਾ ਬਣ ਕੇ। ਜਿਹੜਾ ਸਾਡਾ ਸੰਵਿਧਾਨ ਕਹਿੰਦਾ ਯੂ ਆਰ ਆਲ ਇਕੁਅਲ, ਸਾਡਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਜਿਹੜਾ ਇਹ ਸੋਚ ਰੱਖ ਕੇ ਆਉਂਦਾ ਉਹ ਆਵੇ, ਵੈਲਕਮ। ਇਹ ਓਪਨ ਪ੍ਰੋਜੈਕਟ ਹੈ, ਮੇਰਾ ਕੋਈ ਤਾਲਾ ਨਹੀਂ ਲੱਗਿਆ ਹੋਇਆ। ਇਹ ਕੋਈ ਮੇਰਾ ਪ੍ਰੋਜੈਕਟ ਨਹੀਂ ਹੈ, ਇਹ ਰੱਬ ਦਾ ਪ੍ਰੋਜੈਕਟ ਹੈ। ਇਹ ਸਾਰਿਆਂ ਵਾਸਤੇ ਖੁੱਲ੍ਹਾ ਹੈ। ਕਹਿੰਦੇ ਬੱਚੇ ਹੁਣ ਫਰਾਟੇਦਾਰ ਇੰਗਲਿਸ਼ ਵੀ ਬੋਲਦੇ ਨੇ। ਕੋਈ ਬੱਚੇ ਕੋਈ ਕੱਢੋ ਜਿਹੜੇ ਆਪਾਂ ਬੁਲਾਈਏ ਉਹਨਾਂ ਦੀ ਫਰਾਟੇਦਾਰ ਇੰਗਲਿਸ਼, ਤਾਂ ਕਿ ਉਹ ਮੈਸੇਜ ਜਿਹੜਾ ਵਾ ਅੱਗੇ ਜਾ ਸਕੇ, ਤਾਂ ਕਿ ਇਹ ABC ਜਿਹੜੀ ਹੈ ਜੋ ਤੁਸੀਂ ਲਿਖੀ ਹੋਈ ਹੈ ਕੈਟਾਗਰੀ, ਉਹ ਸਮਝਾ ਸਕਣ ਬੱਚੇ। ਕਿਆ ਨਾਮ ਹੈ ਬੇਟਾ? My name is Nasri. ਨਾਮ A for admin, B for ballot box, C for constitution, D for democracy, E for election, F for freedom, G for government, H for happy, I for independence, J for judge, K for knowledge, L for law, M for money, N for notice, O for opinion, P for power, Q for question, R for right, S for social, T for tax, U for unique, V for word, W for word, X for X-ray, Y for youth, Z for G. क्या बात है। A for एप्पल, B for आता है, बैट जी आता है, सब कुछ वो नहीं आता? नहीं। अच्छा, ये सिखाया सर ने तो सभी आता है तुम्हें? हाँ। अच्छा, जो इस पे लिखा हुआ है फ्रीडम, फ्रीडम के बारे में आपको पता है? डेमोक्रेसी बारे पता है आपको क्या आती है? नहीं। ये भी सीख रहे हो आप? हाँ। ਸਰ, ਇਹਨਾਂ ਚ ਬੱਚਿਆਂ ਨੂੰ ਜੇ ਕੁਝ ਪਤਾ ਹੋਵੇ, ਪੂਰੀ ਨੌਲੇਜ ਹੋਵੇ ਕਿ ਇਹ ਡੈਮੋਕ੍ਰੇਸੀ ਕੀ ਹੈ, ਇਲੈਕਸ਼ਨ ਕੀ ਹੈਗੇ ਨੇ, ਫਰੀडम ਬਾਰੇ ਕੀ ਹੈਗੀ ਆ। ਦੱਸਿਆ ਨਾ ਜਿਵੇਂ ਹੌਲੀ ਹੌਲੀ ਪੜ੍ਹਾਣੇ, ਨਵਾਂ ਪ੍ਰੋਜੈਕਟ ਹੈ ਸਾਡਾ। ਹੁਣ ਇਹ ਤੋਂ D for democracy ਸੁਣੋ। डेमोक्रेसी बारे बताओ आप। D for democracy means there is, E for election, in the election there is, E for vote, whosoever gets the maximum vote. अच्छा, डेमोक्रेसी क्या है?
डेमोक्रेसी खुद अपने सरकार खुद चुना है। एक बार फिर बता दो। अपनी सरकार खुद चुना है। हाँ। तो ये बैलेट बॉक्स के बारे में पता है? अभी सीख रहे हो। तो बिल्कुल Constitution is a document which informs us about our rights and duties and how our country India is to be administered. Tax is that money which is paid to the government by the public. तो बिल्कुल बहुत ਵਧੀਆ ਜਿਹੜੀ ਇਹਨਾਂ ਨੂੰ ਨੌਲੇਜ ਦਿੱਤੀ ਜਾ ਰਹੀ ਹੈ। ਹਾਲਾਂਕਿ ਇਹਨਾਂ ਨੂੰ A ਫॉर ਐਪਲ B ਫॉर ਬੈਟ ਬਾਰੇ ਨਹੀਂ ਪਤਾ। ਜੋ ਸੰਵਿਧਾਨ ਬਾਰੇ ਇਹਨਾਂ ਨੂੰ ਸਾਰਾ L ਫॉर ਲਾਅ बताओ। Law is a set of rules which can be enforced by the government. Law वो नंबर ऑफ रूल्स है जो गवर्नमेंट लोगों से फोर्सफुली अभी करवाती है। The purpose of law is to create a harmonious society where human beings can live in peace and happiness by observing their duties and respecting the rights of others while enjoying their own rights. The violators of law are punished as per rules so that harmony and peace in the society is not disturbed. बेटा कितनी देर से स्कूल में आ रहे हो? स्कूल में 9 बजे से लेकर 12 बजे तक। कितने दिनों से आ रहे हो? कितने महीने हो गए आपको? 3 महीना हो गया। 3 महीने में जो सब कुछ सीखा? हाँ। पहले आता था इसके बारे में पता था आपको? नहीं। पहले नहीं पता था। नहीं। तो क्या करना चाहते हो आगे? क्या करना है? मम्मी पापा बोलते हैं कि पढ़ो आप, हाँ। तो आगे पढ़ना है आपने? यस। क्या बनना है आगे? जज बनना है, पुलिस वाला बनना है, क्या बनना है? डॉक्टर बनना। ਡਾਕਟਰ ਬਣਨਾ ਹੈ। ਸੋ ਬਿਲਕੁਲ ਇਹ ਬੱਚਿਆਂ ਦੀ ਵੀ ਜਿਹੜੀ ਆ ਇੱਛਾ ਹੈਗੀ ਆ। ਇਹ ਬੱਚੇ ਫਿਰ ਇਹ ਟਾਈਮ ਦਿੰਦੇ ਨੇ, ਪੂਰਾ ਆਉਂਦੇ ਨੇ, ਸਮੇਂ ਸਿਰ ਆਉਂਦੇ ਨੇ, ਕੋਈ ਇਦਾਂ ਤਾਂ ਨਹੀਂ ਕੋਈ ਬਹਾਨਾ ਕਿ ਛੁੱਟੀ ਕਰ ਲਈ ਜੇ। ਇਹ ਬੜਾ ਇਹਨਾਂ ਦੀ ਫ੍ਰੀਕੁਐਂਸੀ ਆਫ ਅਟੈਂਡੈਂਸ ਇਜ਼ ਵੈਰੀ ਲੋ। ਇਹਨਾਂ ਦੀ ਛੁੱਟੀ ਦੀ ਫ੍ਰੀਕੁਐਂਸੀ ਜ਼ਿਆਦਾ ਹੈ, ਅਟੈਂਡੈਂਸ ਦੀ ਘੱਟ ਹੈ। ਇਹ ਕਾਰਨ ਕੀ ਸਮਝਦੇ ਹੋ? ਇਹਨਾਂ ਦੀ ਘਰ ਦੀਆਂ ਮਜਬੂਰੀਆਂ, ਘਰ ਦੇ ਹਾਲਾਤ। ਜੇ ਕੱਪੜੇ ਧੋਣ ਦਾ ਟਾਈਮ ਹੈ ਤੇ ਕੱਪੜੇ ਧੋਣਾ ਇਹਨਾਂ ਵਾਸਤੇ ਪ੍ਰਾਇਰਟੀ ਹੈ। ਪਾਣੀ ਆ ਗਿਆ, ਬਰਤਨ ਧੋਣੇ, ਕੱਪੜੇ ਧੋਣੇ, ਰਿਸ਼ਤੇਦਾਰ ਆ ਕੇ ਚਾਹ ਬਣਾਉਣੀ, ਖਾਣਾ ਬਣਾਉਣਾ, ਜਾਂ ਕੋਈ ਰਿਸ਼ਤੇਦਾਰ ਦੇ ਘਰੇ ਵਿਆਹ ਸ਼ਾਦੀ ਆ ਗਈ ਉੱਧਰ ਜਾਣਾ, ਇਹ ਸਾਰੀ ਪ੍ਰਾਇਰਟੀ ਇਹਨਾਂ ਵਾਸਤੇ। ਪੜ੍ਹਾਈ ਇਹਨਾਂ ਵਾਸਤੇ ਪ੍ਰਾਇਰਟੀ ਨਹੀਂ ਹੈ। ਇਸ ਕਰਕੇ ਇਹਨਾਂ ਦੀ ਰੈਗੂਲਰਿਟੀ ਫ੍ਰੀਕੁਐਂਸੀ ਜਿਹੜੀ ਹੈ ਉਹ ਘੱਟ ਰਹਿੰਦੀ ਹੈ। ਪਰ ਅਸੀਂ ਕਿ ਸੋਚਦੇ ਹਾਂ ਵੀ ਜੇ 5 ਮਿੰਟ 5 ਮਿੰਟ ਪੜ੍ਹ ਲੈਣ, 10 ਮਿੰਟ 10 ਮਿੰਟ ਪੜ੍ਹ ਲੈਣ, 2 ਦਿਨ 2 ਦਿਨ ਪੜ੍ਹ ਲੈਣ, ਵੀ ਕੁਛ ਨਾ ਨਾਲੋਂ ਕੁਛ ਜਿੰਨਾ ਸਿੱਖਿਆ ਜਾਊਗੀ ਉਨੀ ਚੰਗੀ ਹੈ। ਕੋਈ ਜੇ ਬਿਲਕੁਲ ਹੀ ਇਹ ਨਹੀਂ ਪੜ੍ਹਨਗੇ ਫਿਰ ਦੇਸ਼ ਦੇ ਨਿਕੰਮੇ ਇਨਸਾਨ ਬਣ ਜਾਣਗੇ। ਜਿਹੜੇ ਵੋਟਾਂ ਵਿਕਦੀਆਂ ਉਹ ਰੁਕ ਨਹੀਂ ਪਾਉਣਗੀਆਂ। ਮੈਨੂੰ ਲੱਗਦਾ ਵੀ ਇਹ ਪੜ੍ਹਨਗੇ, ਇਹ ਹੋ ਸਕਦਾ ਵੀ ਅੱਗੇ ਜਾ ਕੇ ਆਪਣੇ ਰਿਸ਼ਤੇਦਾਰਾਂ 'ਚ, ਦੋਸਤਾਂ ਮਿੱਤਰਾਂ 'ਚ ਫੈਲਾਣਗੇ, ਗੱਲ ਤੇ ਕਰਨਗੇ, ਤੇ ਉਹਦੇ ਨਾਲ ਸਿੱਖਿਆ ਫੈਲਣੀ ਸ਼ੁਰੂ ਹੋਏਗੀ। ਤੇ ਆਪਾਂ ਨੂੰ ਆਪਣੀ ਡਿਊਟੀ ਹੈ ਕਿ ਆਪਾਂ ਜਿਹੜਾ ਵੀ ਮੌਕਾ ਮਿਲਦਾ ਉਹ ਛੱਡੀਏ ਨਾ। ਹਾਂ, ਹੁਣ ਤੁਸੀਂ ਦੇਖੋ ਇਹ ਪ੍ਰੇਮਬਲ ਹੈ, ਕੋਈ ਅੱਛੇ ਸਕੂਲ ਦੇ ਬੱਚੇ ਨੂੰ ਪ੍ਰੇਮਬਲ ਨਹੀਂ ਆਉਂਦਾ ਹੋਏਗਾ, ਇਹ ਪ੍ਰੇਮਬਲ ਵੀ ਬੜੀ ਵਧੀਆ ਇਹਨਾਂ ਨੂੰ ਸਿੱਖਿਆ ਹੋਇਆ। हाँ। बेटा आप कहाँ से आते हो? यही रहते हैं। पहले पढ़ते थे किस स्कूल में? नहीं, यहाँ पे कितनी देर से हो? 2 साल से। 2 साल से हो। तो क्या सीखा है? बहुत कुछ सीख लिया हमने यहाँ के। यहाँ की ABC अलग है, ये इसके बारे में सारा आपको पता है? क्या है इसमें? संविधान के बारे में, लॉ के बारे में सब पता है? कुछ कुछ पता है। क्या पता है? जैसे कि प्रेम्बल में, तब मैं प्रेम्बल सुनाती थी। वी द पीपल ऑफ इंडिया हैविंग solemnly resolved to constitute India into a sovereign, socialist, secular, democratic republic and to secure to all its citizens justice, social, economic and political liberty of thought, expression, belief, faith and worship. Justice, social, economic and political liberty of thought, expression, belief, faith and worship. Equality of status and of opportunity and to promote among them all fraternity, assuring the dignity of the individual and the unity and integrity of the nation. तो क्या मतलब हुआ इसका, पूरा बताओ। With the people of India having solemnly resolved, इसका मतलब है हम भारत के लोग पवित्र मन से ये संकल्प लेते हैं, with having solemnly resolved to constitute India into a sovereign, socialist, secular, democratic. मतलब सोवरिंग का मतलब कि हमारे देश के ऊपर कोई दूसरे कंट्री का कंट्रोल नहीं होगा, और सोशलिस्ट का मतलब वेलफेयर स्टेट, समाज में गवर्नमेंट जो है समाज में सबको बराबर हक मिलेगा, और सोवरिंग, सोशलिस्ट, सेकुलर का मतलब हम अपनी धर्म चुन सकते हैं, डेमोक्रेटिक मतलब हम अपनी सरकार खुद चुनते हैं, और रिपब्लिक मतलब कोई भी राजा नहीं होगा, जो हेड होगा वो भी इलेक्टेड होगा। और आगे क्या करने की इच्छा है? आगे क्या करना है आपने? पढ़ना चाहते हो आप? मदर फादर चाहते हैं कि आप पढ़ो? यस। क्या करते हैं मदर फादर?
मेरे पापा जो है जो मतलब कबाड़ के काम करते हैं। वो चाहते हैं कि तुम बढ़ो आगे। यस। ਸਰ ਮੈਸੇਜ ਕੀ ਦੇਣਾ ਚਾਹੋਗੇ? ਬੱਚੇ ਤਾਂ ਤੁਸੀਂ ਇਹਨਾਂ ਨੂੰ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਹੋ, ਹੋਰ ਸਮਾਜ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚੇ ਮੈਂ ਉਹੀ ਗੱਲ ਆ ਜਾਂਦੀ ਕਿ ABC ਐਪਲ, B ਫੋਰ ਬੈਟ, C ਫੋਰ ਕੈਟ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ, ਇਹਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਮੈਂ ਤੇ ਬੱਚਿਆਂ ਨੂੰ ਪੜ੍ਹਾ ਰਿਹਾ, ਸਿੱਖਿਆ ਵੀ ਦੇ ਰਿਹਾ। ਤੁਸੀਂ ਜਦੋਂ ਆਏ ਹੋ ਤੁਸੀਂ ਨਵਾਂ ਤਜਰਬਾ ਲਿਆ, ਮੈਸੇਜ ਤੇ ਤੁਸੀਂ ਦੋਗੇ ਸਮਾਜ ਨੂੰ ਵੀ ਕੀ ਦੇਣਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਇਹ ਸਿੱਖਿਆ ਹਰ ਬੱਚੇ ਨੂੰ ਮਿਲੇ, ਤੁਸੀਂ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ? ਫਿਰ ਮੈਸੇਜ ਤਾਂ ਤੁਸੀਂ ਦੇਣਾ ਹੈ। ਮੈਂ ਤੇ ਪੜ੍ਹਾਈ ਰਿਹਾ, ਮੈਂ ਤਾਂ ਇੰਨੇ ਸਾਲਾਂ ਤੋਂ ਕੰਮ ਕਰ ਰਿਹਾ। ਤੁਹਾਡੀ ਆਵਾਜ਼ ਮੈਟਰ ਕਰਦੀ ਹੈ। ਜਦੋਂ ਤੁਹਾਡੇ ਵਰਗੇ ਬੰਦਿਆਂ ਦੀ ਆਵਾਜ਼ ਮੇਰੇ ਨਾਲ ਜੁੜੇਗੀ, ਆਪਾਂ ਮੰਗ ਕਰੀਏ ਸਰਕਾਰ ਤੋਂ ਕਿ ਇਹ ਸਿੱਖਿਆ ਹਰ ਸਕੂਲ 'ਚ ਲਾਗੂ ਕਰੇ। ਹਰ ਬੱਚੇ ਨੂੰ ਸ਼ੁਰੂ ਤੋਂ ਪਤਾ ਚੱਲੇ ਕਿ ਇਸ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਸਿਸਟਮ ਦਾ ਹਿੱਸਾ ਕਿੱਦਾਂ, ਤੇ ਮੈਨੂੰ ਸਿਸਟਮ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਕਿ ਰਿਸ਼ਵਤ ਮੰਗ ਜਾਏ। ਹਰ ਕਿਸੇ ਦੇ ਕੰਮ ਪਾਰਦਰਸ਼ਤਾ ਨਾਲ, ਇਮਾਨਦਾਰੀ ਨਾਲ, ਬਿਨਾਂ ਕਿਸੇ ਤੜਫ ਤੋਂ, ਬਿਨਾਂ ਕਿਸੇ ਪਰੇਸ਼ਾਨੀ ਤੋਂ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ। ਤੇ ਉਹ ਤੁਸੀਂ ਇਹ ਸਿੱਖਿਆ ਦਾ ਨਾਰਾ ਦਿਓ, ਸਰਕਾਰ ਤੋਂ ਮੰਗ ਕਰੋ ਆਪਣੇ ਚੈਨਲ ਦੇ ਥਰੂ, ਤੇ ਮੈਨੂੰ ਲੱਗਦਾ ਵੀ ਤੁਹਾਡੀ ਆਵਾਜ਼ ਪਹੁੰਚੇਗੀ। ਤੇ ਤੁਸੀਂ ਹੋਰ ਚੈਨਲ ਵਾਲਿਆਂ ਨੂੰ ਵੀ ਪ੍ਰੇਰਿਤ ਕਰੋ ਕਿ ਇਹਦੀ ਮੰਗ ਕਰਨ, ਪੂਰੇ ਪੰਜਾਬ ਦੇ ਵਿੱਚ ਫੈਲਾ ਦਿਓ ਕਿ ਸਿੱਖਿਆ ਹਰ ਸਕੂਲ 'ਚ ਲਾਗੂ ਹੋਣੀ ਚਾਹੀਦੀ ਹੈ। ਸੋ ਬਿਲਕੁਲ ਜਿਹੜੀ ਐਜੂਕੇਸ਼ਨ ਹੈ ਇਹ ਹਰ ਇੱਕ ਸਕੂਲ ਦੇ ਵਿੱਚ ਲਾਗੂ ਹੋਣੀ ਚਾਹੀਦੀ ਹੈ। ਇੱਕ ਵਾਰ ਤਸਵੀਰ ਤੁਸੀਂ ਦੇਖ ਸਕਦੇ ਹੋ। ਸੋ ਇਹ ਬੈਨਰ ਲੱਗਾ ਹੋਇਆ ਵਾ ਜਿਸ ਦੇ ਉੱਤੇ 8 ਤੋਂ ਲੈ ਕੇ Z ਤੱਕ ਜਿਹੜੇ ਬੱਚਿਆਂ ਨੂੰ ਆਪਾਂ ਸਕੂਲਾਂ ਦੇ ਵਿੱਚ ਐਪਲ, ਬੈਟ, ਕੈਟ, ਕਾਈਟ ਦੀ ਸਿੱਖਿਆ ਦਿੰਦੇ ਆ, ਪਰ ਇਹਦੇ 'ਚ ਜਿਹੜੀ ਸਿੱਖਿਆ ਉਹ ਅਲੱਗ ਆ। ਪਰ ਇਹ ਬੱਚੇ ਜਿਹੜੇ ਨੇ ਝੁੱਗੀ ਝੌਂਪੜੀ ਵਾਲੇ ਨੇ, ਇਹ ਸਰਕਾਰੀ ਸਕੂਲ ਹੋਵੇ ਚਾਹੇ ਪ੍ਰਾਈਵੇਟ ਸਕੂਲ, ਵੱਡੇ ਸਕੂਲਾਂ ਦੇ ਬੱਚਿਆਂ ਨੂੰ ਵੀ ਮਾਤ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਐਜੂਕੇਸ਼ਨ ਜਿਹੜੀ ਆ ਉਸ ਤਰ੍ਹਾਂ ਹੀ ਦਿੱਤੀ ਗਈ ਆ ਜਿਹੜੀ ਉਹ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਦਿੱਤੀ ਜਾਂਦੀ ਆ ਉਹਨਾਂ ਨੂੰ ਨਹੀਂ ਸਮਝ ਨਹੀਂ ਲੱਗੇਗੀ। ਪਰ ਇਹ ਬੱਚਿਆਂ ਨੂੰ ਹੁਣ ਸੰਵਿਧਾਨ ਦੀ ਸਿੱਖਿਆ ਜਿਹੜੀ ਆ ਲੁਧਿਆਣਾ ਦੇ ਰਹਿਣ ਵਾਲੇ ਹਰੀਓਮ ਜਿੰਦਲ ਜਿਹੜੇ ਕਿ ਐਡਵੋਕੇਟ ਨੇ ਪੇਸ਼ੇ ਤੋਂ, ਉਹ ਐਜੂਕੇਸ਼ਨ ਦੇ ਰਹੇ ਨੇ ਔਰ ਇਹ ਵੀ ਕਹਿ ਰਹੇ ਨੇ ਕਿ ਹਰ ਇੱਕ ਸਕੂਲ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਦਿੱਤੀ ਜਾਵੇ ਤਾਂ ਕਿ ਬੱਚਾ ਜਿਹੜਾ ਵਾ ਉਹ ਖੁਦ ਆਪਣੇ ਪੈਰਾਂ ਤੇ ਸਟੈਂਡ ਹੋ ਸਕੇ ਔਰ ਆਪਣੇ ਹੱਕਾਂ ਦੀ ਲੜਾਈ ਜਿਹੜੀ ਆ ਖੁਦ ਲੜ ਸਕੇ। ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹਿੰਦੂ, ਜਗਮੈ TV, ਲੁਧਿਆਣਾ।